ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों के पावन पवित्र अस्थान अथवा गुरु बाबा जियां दे सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते चित्त बिरती नूं बाहरों इकागर करन दी खेचल करो। धन धन साहिब श्री गुरु नानक देव जी महाराज जी आंदी पावन पवित्र कथा चल रही है। पिछले प्रकरण दे विच असीं इह विचार सरबन कीती कि धन गुरु नानक देव जी महाराज जी दे पास बाबा मूल चंद जी ने दोनों हाथ जोड़ के बेनती की कि सच्चे पातशाह मेरियां भुल्लां दी खिमा बख्शो मैनू। मैं अनजानपणे दे विच सारी जिंदगी आप जियां दी निंदिया करदा रहा, आप जियां नूं कौड़े लफ्ज कौड़े फिक्के बोल बोलदा रहा। पर सतगुरु मैनू अज पता चलिया है कि आप जी संसारी आदमी नहीं, आप जी ते दुनिया का भला करन दे वास्ते, दुनिया के उधार दे वास्ते इस मात लोक दे विच प्रगट होए हों। सतगुरु अनजानपणे दे विच ना समझ होण दे कारण मैं आप जियां दी महिमा नूं समझ नहीं सकिया। जिथे चारे वर्णां दे लोग आप जियां दे चरनां ते नमस्कारां करदे हन, ਭੇਟਾਵਾਂ ਅਰਪਣ ਕਰਦੇ ਹਨ, ਆਪ ਜੀਆਂ ਦੇ ਬਚਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਣਦੇ ਹਨ, ਸੇਵਾ ਤੋਂ ਲਾਹੇ ਪ੍ਰਾਪਤ ਕਰਦੇ ਹਨ। ਜਿਸ ਤਰ੍ਹਾਂ ਇਹ ਸਿੱਖ ਸੰਗਤਾਂ ਹਨ, ਮੈਨੂੰ ਮੇਰੀ ਭੁੱਲ ਦੀ ਮਾਫੀ ਬਖਸ਼ੋ ਅਤੇ ਇਹ ਸੰਗਤਾਂ ਦੀ ਤਰ੍ਹਾਂ ਹੀ ਮੈਨੂੰ ਵੀ ਇਸ ਸੰਗਤ ਦੇ ਵਿੱਚ ਹੀ ਮਿਲਾ ਲਵੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਐਸੇ ਨਿਮਰਤਾ ਵਾਲੇ ਬਚਨ ਸੁਣੇ ਤੇ ਬੜੀ ਪ੍ਰਸੰਨਤਾ ਦੇ ਨਾਲ ਸਤਿਗੁਰੂ ਕਿਰਪਾ ਕਰਦੇ ਹਨ, ਬਚਨ ਕਰਦੇ ਹਨ। ਕਹਿਣ ਲੱਗੇ, ਬਾਬਾ ਜੀ ਤੁਸੀਂ ਵੀ ਇਹ ਸਿੱਖ ਸੰਗਤਾਂ ਦੀ ਤਰ੍ਹਾਂ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਿਆ ਕਰੋ, ਕਰਤਾਰ ਭਲੀ ਕਰੇਗਾ, ਤੁਹਾਡਾ ਵੀ ਮਨੁੱਖਾ ਜਨਮ ਧਾਰਿਆ ਹੋਇਆ ਸਫਲਾ ਹੋ ਜਾਵੇਗਾ। ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰੋ। ਤਾਂ ਬਾਬਾ ਮੂਲ ਚੰਦ ਜੀਆਂ ਨੇ ਸਤਿਗੁਰਾਂ ਦਾ ਬਚਨ ਮੰਨ ਕੇ ਵਾਹਿਗੁਰੂ ਸ਼ਬਦ ਦਾ ਜਾਪ ਸ਼ੁਰੂ ਕੀਤਾ। ਸਤਿਗੁਰਾਂ ਫਿਰ ਵਚਨ ਕੀਤਾ ਕਿ ਤੁਸੀਂ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਵੀ ਨਮਸਕਾਰ ਕਰੋ, ਮੱਥਾ ਟੇਕੋ, ਤਾਂ ਤੇ ਇਸ ਤਰ੍ਹਾਂ ਕਰਕੇ ਤੁਹਾਨੂੰ ਸਹਿਜੇ ਹੀ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਹੋ ਜਾਵੇਗੀ। ਕਿਉਂਕਿ ਮੁਕਤੀ ਦਾਤੇ ਤੇ ਸਰਵੱਗ ਗੁਰੂ ਸਾਹਮਣੇ ਬੈਠੇ ਹਨ ਨਾ, ਤੇ ਸਤਿਗੁਰਾਂ ਨੇ ਹੀ ਮੁਕਤ ਕਰਨਾ ਹੈ। ਹੋਰ ਦੁਨੀਆ ਦੇ ਵਿੱਚ ਪੁੰਨ ਦਾਨ ਚੰਗੇ ਕਰਮ ਜਪ ਤਪ ਜੋ ਵੀ ਕੁਝ ਕੀਤਾ ਜਾਂਦਾ ਹੈ,
ਇਹਨਾਂ ਦਾ ਫਲ ਭਾਵੇਂ ਮਿਲਦਾ ਹੈ, ਜਿੰਨਾ ਜਿੰਨਾ ਵੱਧ ਕੀਤਾ ਜਾਵੇ ਉਹਨਾਂ ਵੱਧ ਵੱਡਾ ਫਲ ਮਿਲੇਗਾ। ਪਰ ਜਿੱਥੇ ਮੁਕਤੀ ਦਾ ਸਵਾਲ ਆਉਂਦਾ ਹੈ, ਉੱਥੇ ਗੁਰੂ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਿਆ ਅੱਜ ਤੱਕ। ਇਹ ਈਸ਼ਵਰੀ ਨੇਤ ਹੈ ਕਿ ਨਾ ਆਉਣ ਵਾਲੇ ਸਮੇਂ ਦੇ ਵਿੱਚ ਨਿਗਰਾ ਪੁਰਸ਼ ਕਦੇ ਮੁਕਤ ਹੋਵੇਗਾ। ਮੁਕਤੀ ਬਖਸ਼ੇਗਾ ਤੇ ਗੁਰੂ ਹੀ ਬਖਸ਼ੇਗਾ ਜੀ। ਆਪਾਂ ਗੁਰੂ ਨੂੰ ਧਾਰਨ ਕੀਤਾ ਹੋਇਆ ਹੈ, ਗੁਰੂ ਬਣਾਇਆ ਹੋਇਆ ਹੈ। ਤਾਂ ਬਾਬਾ ਮੂਲ ਚੰਦ ਜੀਆਂ ਨੂੰ ਸਤਿਗੁਰਾਂ ਨੇ ਇਹ ਬਚਨ ਕੀਤੇ ਕਿ ਨਿਰੰਕਾਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੋ। ਤਾਂ ਹੁਣ ਬਾਬਾ ਮੂਲ ਚੰਦ ਜੀਆਂ ਦੀ ਸ਼ਰਧਾ ਇੱਥੋਂ ਤੱਕ ਪਹੁੰਚ ਗਈ ਸੀ ਕਿ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਕਿੱਥੇ ਤੇ ਕੌੜੇ ਪਿੱਕੇ ਬਚਨ ਬੋਲਦਾ ਰਹਿੰਦਾ ਸੀ, ਕਿੱਥੇ ਅੱਜ ਇਸ ਦੀ ਸ਼ਰਧਾ ਇੰਨੀ ਵੱਜ ਚੁੱਕੀ ਸੀ ਕਿ ਇਸ ਨੇ ਆਪਣੇ ਮਨ ਦੇ ਵਿੱਚ ਜਾਣ ਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਰਸ਼ਾਂ ਪੁਰਸ਼ਾਂ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਨੂੰ ਥਾਪਣ ਵਾਲੇ ਉਹ ਪਰਿਪੂਰਨ ਪਰਮੇਸ਼ਵਰ ਪਰਮਾਤਮਾ ਹੀ ਹੈ। ਇਹ ਮਨੁੱਖਾ ਸਰੀਰ ਧਾਰ ਕੇ ਸਾਡੇ ਭਲੇ ਦੇ ਵਾਸਤੇ ਮਾਤ ਲੋਕ ਵਿੱਚ ਆਏ ਹਨ। ਸਤਿਗੁਰਾਂ ਦਾ ਬਚਨ ਹੁੰਦੇ ਹੀ ਬਾਬਾ ਮੂਲ ਚੰਦ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ 'ਤੇ ਹੀ ਸੀਸ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਤਾਂ ਬਸ ਇੰਨਾ ਬਚਨ ਮੰਨਣ ਦੀ ਢੇਰ ਸੀ ਕਿ ਉਸੇ ਟਾਈਮ ਹਿਰਦੇ ਦੇ ਵਿੱਚ ਹੋਰ ਦੀ ਹੋਰ ਠਾਠ ਵੱਜ ਜਾਂਦਾ ਹੈ। ਕਿੱਥੇ ਤੇ ਮਨ ਖਿੰਡਿਆ ਹੋਇਆ ਇਸ ਦੇ ਹਜ਼ਾਰਾਂ ਟੁਕੜੇ ਹੋਏ 10 ਦਿਸ਼ਾਵਾਂ ਦੇ ਵੱਲ ਦੌੜਦਾ ਰਹਿੰਦਾ ਹੈ। 4 ਦਿਸ਼ਾਵਾਂ, 4 ਉਪ ਦਿਸ਼ਾਵਾਂ, ਇੱਕ ਆਕਾਸ਼ ਮਾਰਗ ਅਤੇ ਧਰਤੀ, ਇਹ 10 ਦਿਸ਼ਾਵਾਂ ਮੰਨੀਆਂ ਜਾਂਦੀਆਂ ਹਨ। ਕਿੱਥੇ ਤੇ ਮਨ 10 ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰਦਾ ਹੈ। ਇੱਕ ਮਨ ਟਿਕਣ ਨਾ ਪਾਵੇ ਰਾਈ, ਇੱਕ ਰਾਈ ਜਿੰਨਾ ਵੀ ਮਨ ਟਿਕਦਾ ਨਹੀਂ ਹੈ। ਜੇਕਰ ਟਿਕ ਜਾਵੇ ਤੇ ਇਸ ਨੂੰ ਇਕਾਗਰਤਾ ਦਾ ਸੁੱਖ, ਅਸਲੀ ਸੁੱਖ ਦਾ ਭੇਤ ਲੱਗੇ। ਤਾਂ ਅੱਜ ਬਾਬਾ ਮੂਲ ਚੰਦ ਜੀਆਂ ਨੇ ਨਮਸਕਾਰ ਕੀਤੀ ਤਾਂ ਹੋਰ ਦੀ ਹੋਰ ਠਾਠ ਵੱਜ ਜਾਂਦਾ ਹੈ। ਮਨ ਦੀ ਸ਼ੁੱਧੀ ਤੇ ਹੋ ਚੁੱਕੀ ਸੀ, ਮਨ ਦੀ ਇਕਾਗਰਤਾ ਇੰਨੀ ਵੱਧ ਜਾਂਦੀ ਹੈ ਕਿ ਭਜਨ ਦੀ ਰੋਹ ਇੱਕਦਮ ਚੱਲ ਪੈਂਦੀ ਹੈ। ਨਾਮ ਦਾ ਰਸ ਆਨੰਦ ਅੱਜ ਪਹਿਲੀ ਦਫਾ ਉਹ ਪ੍ਰਾਪਤ ਹੋਇਆ ਜਿਹੜਾ ਵੱਡੀਆਂ ਵੱਡੀਆਂ ਸਮਾਧੀਆਂ ਲਾ ਕੇ, ਬੜੀ ਮੁਸ਼ੱਕਤ ਕਰਕੇ ਕਿਤੇ ਜਾ ਕੇ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਨੂੰ ਪ੍ਰਾਪਤ ਹੁੰਦਾ ਹੈ। ਜਿਸ ਰਸ ਦੀ ਬਾਬਤ ਸਤਿਗੁਰੂ ਉਚਾਰਨ ਕਰਦੇ ਹਨ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸੰਗ ਲਾਗੀ, ਦੁਖ ਦਰਦ ਭ੍ਰਮ ਤਾਂ ਕਾ ਭਾਗੀ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਕਿ ਜਿਸ ਨੂੰ ਵੀ ਨਾਮ ਦਾ ਰਸ ਪ੍ਰਾਪਤ ਹੋਇਆ, ਉਹ ਫਿਰ ਝੂਠੇ ਦੁਨਿਆਵੀ ਰਸਾਂ ਦੇ ਵਿੱਚ ਕਦੇ ਵੀ ਲੁਭਾਏਮਾਨ ਨਹੀਂ ਹੁੰਦਾ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਕਦੇ ਵੀ ਵਿਸ਼ੇ ਰਸਾਂ ਦੇ ਵਿੱਚ ਨਹੀਂ ਉਲਝਦਾ, ਕਿਉਂਕਿ 3 ਤਰ੍ਹਾਂ ਦਾ ਰਸ ਵਿਸ਼ੇ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਵਿਸ਼ੇ ਆਨੰਦ ਤੇ ਜੋ ਇਹ ਸਰੀਰਕ ਆਨੰਦ ਸੁੱਖ ਦੁਨਿਆਵੀ, ਭਾਵੇਂ ਕਿੰਨੇ ਵੀ ਹੋਣ ਵੱਡੇ ਤੋਂ ਵੱਡੇ, ਇਹਨਾਂ ਨੂੰ ਵਿਸ਼ੇ ਆਨੰਦ ਕਿਹਾ ਜਾਂਦਾ ਹੈ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਹਨ। ਸੰਤ ਜੀ ਮਹਾਰਾਜ ਕਹਿੰਦੇ ਵਿਸ਼ੇ ਆਨੰਦ ਇਉਂ ਹੈ ਜਿਸ ਤਰ੍ਹਾਂ ਇੱਕ ਜਲ ਦੀ, ਪਾਣੀ ਦੀ ਇੱਕ ਬੂੰਦ ਹੋਵੇ। ਔਰ ਭਜਨਾ ਆਨੰਦ ਹਰਦਾਸ, ਭਜਨ ਦਾ ਆਨੰਦ ਇਉਂ ਹੈ ਜਿਵੇਂ ਪਾਣੀ ਦਾ ਦਰਿਆ ਹੋਵੇ। ਬੂੰਦ ਦੇ ਨਾਲੋਂ ਦਰਿਆ ਕਿੰਨੀ ਵੱਡੀ ਚੀਜ਼ ਹੈ। ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਬ੍ਰਹਮਾਨੰਦ ਇਹ ਸੁੱਖ ਦਾ ਸਮੁੰਦਰ ਹੈ। ਇਸ ਤਰ੍ਹਾਂ ਕਰਕੇ ਸੰਤ ਜੀ ਮਹਾਰਾਜ ਜੀਆਂ ਦੇ ਵੀ ਐਸੇ ਬਚਨ ਹਨ। ਅੱਜ ਉਹ ਨਾਮ ਦਾ ਰਸ, ਉਹ ਨਾਮ ਦੀ ਖੁਮਾਰੀ ਮਸਤੀ ਬਾਬਾ ਮੂਲ ਚੰਦ ਜੀਆਂ ਨੂੰ ਪ੍ਰਾਪਤ ਹੋਈ। ਬਾਬਾ ਮੂਲ ਚੰਦ ਜੀ ਨਿਹਾਲ ਹੋ ਜਾਂਦੇ ਹਨ, ਘਰ ਦੇ ਵਿੱਚ ਜਾਂਦੇ ਹਨ। ਆਪਣੀ ਧਰਮ ਸੁਪਤਨੀ ਜਾਣੇ ਮਾਤਾ ਚੰਦੋ ਰਾਣੀ ਜੀਆਂ ਨੂੰ ਵੀ ਸਮਝਾਉਣਾ ਕੀਤਾ ਕਿ ਦੇਖੋ, ਆਪਾਂ ਜਿਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਦੁਨਿਆਵੀ ਪੱਖ 'ਤੇ ਦੇਖਦੇ ਸੀ ਨਾ, ਅਤੇ ਅੱਜ ਮੈਨੂੰ ਉਹਨਾਂ ਦਾ ਪਤਾ ਚੱਲਿਆ ਅਤੇ ਉਹਨਾਂ ਦੀ ਵੱਡੀ ਕਿਰਪਾ ਵੀ ਮੇਰੇ 'ਤੇ ਹੋ ਗਈ।
ਸਾਰੀ ਵਾਰਤਾ ਮਾਤਾ ਚੰਦੋ ਰਾਣੀ ਜੀਆਂ ਦੇ ਪਾਸ ਦੱਸੀ। ਉਹਦੇ ਹਿਰਦੇ ਦੇ ਵਿੱਚ ਵੀ ਇੱਕ ਲਖਤ ਇਉਂ ਸ਼ਰਧਾ ਹੋ ਆਈ। ਇੱਕ ਲਖਤ ਜਦ ਸ਼ਰਧਾ ਹੋ ਆਈ ਤੇ ਉਸਨੇ ਵੀ ਸੋਚਿਆ ਕਿ ਫਿਰ ਤੁਸੀਂ ਤੇ ਆਪਣੀਆਂ ਭੁੱਲਾਂ ਦੀ ਮਾਫੀ ਵੀ ਲੈ ਲਈ, ਵੱਡੀ ਕਿਰਪਾ ਵੀ ਪ੍ਰਾਪਤ ਕਰ ਲਈ, ਔਰ ਹੁਣ ਮੈਨੂੰ ਵੀ ਲੈ ਕੇ ਚੱਲੋ, ਮੈਂ ਵੀ ਆਪਣੀਆਂ ਜੋ ਬੋਲ ਕਬੋਲ ਫਿੱਕੇ ਬੋਲ ਬੋਲੇ ਉਹਨਾਂ ਦੀ ਮਾਫੀ ਲਵਾਂ ਅਤੇ ਮੇਰੇ ਤੇ ਵੀ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਤੇ ਮੇਰਾ ਵੀ ਮਨੁੱਖਾ ਜਨਮ ਧਾਰਿਆ ਸਫਲਾ ਹੋ ਜਾਵੇ। ਬਾਬਾ ਮੂਲ ਚੰਦ ਜੀਆਂ ਦੇ ਨਾਲ ਮਾਤਾ ਚੰਦੋ ਰਾਣੀ ਜੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ। ਜੋ ਦੁਨਿਆਵੀ ਰਿਸ਼ਤੇ ਦੀ ਤੌਰ 'ਤੇ ਗੁਰੂ ਮਹਾਰਾਜ ਜੀਆਂ ਦੇ ਸੱਸ ਅਤੇ ਸਹੁਰਾ ਲੱਗਦੇ ਸਨ। ਮਾਤਾ ਚੰਦੋ ਰਾਣੀ ਜੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅਣਜਾਣ ਪੁਣੇ ਦੇ ਵਿੱਚ ਅਸੀਂ ਆਪ ਜੀਆਂ ਨੂੰ ਕੌੜੇ ਫਿੱਕੇ ਬੋਲ ਬੋਲਦੇ ਰਹੇ। ਹੁਣ ਇਹਨਾਂ ਬੋਲਾਂ ਦੀ ਸਾਨੂੰ ਮਾਫੀ ਦਿਓ, ਕਿਉਂਕਿ ਆਪ ਜੀਆਂ ਦੇ ਬਾਰੇ ਭੇਤ ਨਹੀਂ ਸੀ, ਪਤਾ ਨਹੀਂ ਸੀ, ਸਮਝੇ ਨਹੀਂ ਸੀ ਅਸੀਂ। ਤਾਂ ਗੁਰੂ ਮਹਾਰਾਜ ਜੀਆਂ ਨੇ ਇਹਨਾਂ 'ਤੇ ਵੀ ਪ੍ਰਸੰਨਤਾ ਕੀਤੀ, ਕਿਉਂਕਿ ਸਤਿਗੁਰੂ ਤੇ ਆਈ ਇਸ ਨਗਰ ਦੇ ਵਿੱਚ ਇਹਨਾਂ ਦੇ ਭਲੇ ਦੇ ਵਾਸਤੇ ਸੀ। ਸਤਿਗੁਰਾਂ ਨੇ ਮਾਤਾ ਚੰਦੋ ਰਾਣੀ ਜੀਆਂ ਨੂੰ ਵੀ ਨਾਮ ਦੀ ਦਾਤ ਬਖਸ਼ ਕੇ ਨਿਹਾਲ ਕਰ ਦਿੱਤਾ। ਥੋੜ੍ਹੇ ਦਿਨ ਸਿੱਖ ਸੰਗਤਾਂ ਦੇ ਵਿੱਚ ਮਿਲ ਕੇ ਇਹ ਸੇਵਾ ਸਿਮਰਨ ਕਰਦੇ ਰਹੇ। ਥੋੜ੍ਹੇ ਹੀ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋਈ ਕਿ ਦੋਨਾਂ ਨੂੰ ਗਿਆਨ ਦੀ ਦਾਤ ਬਖਸ਼ ਕੇ ਨਿਹਾਲ ਕਰ ਦਿੰਦੇ ਹੈ। ਜਨਮ ਮਰਨ ਦੇ ਬੰਧਨ ਟੁੱਟ ਜਾਂਦੇ ਹਨ। ਜੀਵਨ ਦਾ ਸਮਾਂ ਇਹ ਵੀ ਪੂਰਾ ਹੋ ਚੁੱਕਿਆ ਸੀ। ਥੋੜ੍ਹੇ ਹੀ ਦਿਨਾਂ ਬਾਅਦ ਮਾਤਾ ਚੰਦੋ ਰਾਣੀ ਬਾਬਾ ਮੂਲ ਚੰਦ ਜੀ ਆਪਣਾ ਪੰਜ ਭੌਤਿਕ ਸਰੀਰ ਇਉਂ ਤਿਆਗ ਕੇ ਚਲੇ ਜਾਂਦੇ ਹਨ। ਜਿਸ ਤਰ੍ਹਾਂ ਸੱਪ ਆਪਣੀ ਕੁੰਜ ਨੂੰ ਲਾਹ ਕੇ ਬੜੇ ਆਰਾਮ ਦੇ ਨਾਲ ਅੱਗੇ ਨਿਕਲ ਜਾਂਦਾ ਹੈ, ਜਾਂ ਹਾਥੀ ਆਪਣੇ ਗਲ ਦੇ ਵਿੱਚ ਪਾਈ ਹੋਈ ਫੁੱਲਾਂ ਦੀ ਮਾਲਾ ਨੂੰ ਲਾਹ ਕੇ ਪਿਆਰ ਦੇ ਨਾਲ ਪਰੇ ਰੱਖ ਦਿੰਦਾ ਹੈ, ਇਸ ਤਰ੍ਹਾਂ ਮਾਤਾ ਚੰਦੋ ਰਾਣੀ ਬਾਬਾ ਮੂਲ ਚੰਦ ਜੀ ਆਪਣੇ ਪੰਜ ਭੌਤਿਕ ਸਰੀਰ ਨੂੰ ਆਰਾਮ ਦੇ ਨਾਲ ਤਿਆਗ ਕੇ ਛੱਡ ਕੇ ਆਪ ਉਸ ਬੈਕੁੰਠਾਂ ਦੇ ਵਿੱਚ ਜਾ ਪਹੁੰਚਦੇ ਹਨ। ਤਾਂ ਗੁਰੂ ਮਹਾਰਾਜ ਜੀ ਕੁਝ ਕੁ ਦਿਨ ਇਸੇ ਅਸਥਾਨ 'ਤੇ ਰਹੇ। ਤਾਂ ਇੱਥੋਂ ਸਤਿਗੁਰਾਂ ਨੇ ਅੱਗੇ ਨੂੰ ਚਾਲੇ ਪਾਏ। ਤਾਂ ਰਾਵੀ ਦੇ ਕਿਨਾਰੇ ਕਿਨਾਰੇ ਸਤਿਗੁਰੂ ਮਹਾਰਾਜ ਪਿੱਛੇ ਭਾਈ ਬਾਲਾ ਮਰਦਾਨਾ ਜਾ ਰਹੇ ਹਨ। ਚਲਦੇ ਚਲਦੇ ਇੱਕ ਸੋਹਣਾ ਕਿਨਾਰਾ ਦੇਖ ਕੇ, ਸੁੰਦਰ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਆਪਣਾ ਡੇਰਾ ਲਗਾ ਲਿਆ ਹੈ। ਹੁਣ ਜਿਸ ਤਰ੍ਹਾਂ ਪਹਿਲੇ ਦੀ ਤਰ੍ਹਾਂ ਭਾਈ ਅਜਿੱਤੇ ਰੰਧਾਵੇ ਦੇ ਖੂਹ 'ਤੇ ਜਿਵੇਂ ਰੌਣਕਾਂ ਲੱਗ ਗਈਆਂ ਸਨ ਨਾ, ਹੁਣ ਇੱਥੇ ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ, ਇੱਥੇ ਵੀ ਬੜੀਆਂ ਸਿੱਖ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਲੇ ਦੁਆਲੇ ਦੇ ਨਗਰਾਂ ਦੇ ਵਿੱਚ ਪਤਾ ਚੱਲਿਆ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਬੜੀਆਂ ਸੰਗਤਾਂ ਆਉਂਦੀਆਂ ਹਨ। ਆਉਂਦੇ ਜਾਂਦੇ ਰਹਿਣ ਵਾਲੇ ਸਤਿਗੁਰਾਂ ਦਾ ਜਸ ਆਪਣੀ ਰਸਨਾ ਤੋਂ ਉਚਾਰਨ ਕਰਦੇ ਰਹਿੰਦੇ ਹਨ। ਇਤਿਹਾਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਦੋਹਰਾ। ਪੁਰ ਲਾਹੌਰ ਕੈ ਮਨੁਜ ਬਹੁ ਹੋਏ ਸੇਵਕ ਆਏ। ਇਸ ਅਸਥਾਨ ਤੇ ਜਿੱਥੇ ਸਤਿਗੁਰਾਂ ਨੇ ਡੇਰਾ ਲਗਾਇਆ ਸੀ ਨਾ, ਲਾਹੌਰ ਸ਼ਹਿਰ ਨਜ਼ਦੀਕ ਹੀ ਸੀ। ਲਾਹੌਰ ਸ਼ਹਿਰ ਤੋਂ ਬਾਹਰ ਸਤਿਗੁਰਾਂ ਨੇ ਆਪਣਾ ਡੇਰਾ ਲਗਾਇਆ ਸੀ। ਇਹ ਜਗ੍ਹਾ ਉਹ ਸੀ ਜਿਸ ਅਸਥਾਨ 'ਤੇ ਹੁਣ ਸਤਿਗੁਰੂ ਮਹਾਰਾਜ ਜੀਆਂ ਦਾ ਸੋਹਣਾ ਅਸਥਾਨ ਕਰਤਾਰਪੁਰ ਸਾਹਿਬ ਸ਼ੋਭਤ ਹੈ। ਗੁਰੂ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਪਾਕਿਸਤਾਨ ਵਾਲਾ। ਤੇ ਸਤਿਗੁਰੂ ਮਹਾਰਾਜ ਜੀ ਇਸ ਅਸਥਾਨ 'ਤੇ ਜਦ ਡੇਰਾ ਲਾਇਆ ਸੀ, ਲਾਹੌਰ ਸ਼ਹਿਰ ਦੀਆਂ ਬੜੀਆਂ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੇ ਅਤੇ ਸਤਿਗੁਰਾਂ ਦੀ ਸਿੱਖੀ ਧਾਰਨ ਕਰਦੇ ਸਨ। ਨਾਮ ਦਾ ਇਸ਼ਨਾਨ ਦਿੜ ਸਿੱਖੇ ਕੀਰਤਨ ਗਾਏ। ਸਤਿਗੁਰਾਂ ਦੇ ਪਾਸ ਆ ਕੇ ਗੁਰਮਤਿ ਦੀ ਚਾਲੀ, ਗੁਰਮਤਿ ਦੀ ਰਹੁ ਰੀਤੀ ਸਿੱਖਦੇ ਹਨ। ਨਾਮ ਦਾਨ ਇਸ਼ਨਾਨ ਦਿੜ ਸਿੱਖੇ ਕੀਰਤਨ ਗਾਏ। ਨਾਮ ਸਤਿਗੁਰਾਂ ਦੇ ਚਰਨਾਂ 'ਚੋਂ ਪ੍ਰਾਪਤ ਕਰਦੇ ਹਨ। ਜੁਗਤੀਆਂ ਉਕਤੀਆਂ ਨਾਮ ਦੀਆਂ ਪੁੱਛਦੇ ਹਨ। ਦਾਨ ਆਦਿ ਕਰਨਾ, ਇਸ਼ਨਾਨ ਕਰਨਾ, ਇਹ ਗੁਰਸਿੱਖੀ ਦੇ ਮੇਨ ਅਸੂਲ ਹਨ। ਨਾਮ ਦਾਨ ਇਸ਼ਨਾਨ ਦਿੜ ਸਿੱਖੇ ਕੀਰਤਨ ਗਾਏ।
ਫਿਰ ਸਤਿਗੁਰਾਂ ਦੇ ਪਾਸ ਰਹਿ ਕੇ ਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਸੁਣਦੇ ਵੀ ਹਨ। ਗੁਰਬਾਣੀ ਦੇ ਸ਼ਬਦ ਲਿਖ ਕੇ ਉਹਨਾਂ ਨੂੰ ਯਾਦ ਕਰਦੇ, ਕੰਠ ਕਰਦੇ ਹਨ। ਚੌਪਈ ਇੱਕ ਕਰੋੜੀਆ ਖੱਤਰੀਪੁਰ ਮੈਂ। ਜਿੱਥੇ ਸਾਧ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਾ ਆਉਣਾ ਜਾਣਾ ਹੋ ਗਿਆ, ਗੁਰੂ ਕਾ ਜਸ ਸੰਗਤਾਂ ਕਰਦੀਆਂ ਹਨ, ਉੱਥੇ ਇੱਕ ਕਰੋੜੀਆ ਖੱਤਰੀ, ਇਹ ਵੀ ਉਸੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ। ਇਹ ਇੱਥੋਂ ਦਾ ਨਵਾਬ ਬਣਿਆ ਹੋਇਆ ਸੀ, ਇੱਥੇ ਮਾਲਕੀ ਕਰਦਾ ਸੀ, ਹਕੂਮਤ ਕਰਦਾ ਸੀ। ਇਸ ਨੂੰ ਵੀ ਗੁਰੂ ਮਹਾਰਾਜ ਜੀਆਂ ਦੇ ਜਸ ਦੇ ਬਾਰੇ ਪਤਾ ਚੱਲਦਾ ਹੈ। ਉਸਤਤ ਸੁਨਤ ਰਿਸਤ ਅਤ ਉਰਮੈ। ਪਰ ਇਹ ਸਿੱਖ ਸੰਗਤਾਂ ਤੋਂ ਉਸਤਤ ਤੇ ਸਤਿਗੁਰਾਂ ਦਾ ਜਸ ਤੇ ਸੁਣਦਾ ਹੈ, ਪਰ ਜਸ ਸੁਣ ਕੇ ਇਹਨੂੰ ਸ਼ਰਧਾ ਨਹੀਂ ਆਈ, ਉਲਟਾ ਇਹ ਈਰਖਾ ਦਵੈਸ਼ ਕਰਨ ਲੱਗ ਪੈਂਦਾ ਹੈ ਕਿ ਇਸ ਸਥਾਨ ਤੇ ਆ ਕੇ ਉਹਨਾਂ ਦੀ ਕਿਵੇਂ ਪੂਜਾ ਹੋ ਰਹੀ ਹੈ। ਕਰਕੇ ਡਰ ਕੋ ਤਾਏ ਅਗਾਰੀ। ਪਰ ਜਦ ਹੋਰ ਕਿਸੇ ਨੂੰ ਪੁੱਛਣਾ ਕਰਦਾ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਤੇ ਗੁਰੂ ਮਹਾਰਾਜ ਜੀਆਂ ਦੀ ਨਿੰਦਿਆ ਕਰਦਾ ਹੈ, ਹਿਰਦੇ ਦੇ ਵਿੱਚੋਂ ਸੜਦਾ ਬਲਦਾ ਰਹਿੰਦਾ ਹੈ। ਤੇ ਕੋਈ ਵੀ ਫਿਰ ਇਸ ਦਿਨ ਤੋਂ ਬਾਅਦ ਕਰੋੜੀਏ ਦੇ ਪਾਸ ਸਤਿਗੁਰਾਂ ਦੀ ਉਸਤਤ ਨਹੀਂ ਕਰਦਾ ਸੀ। ਗੁਰ ਕੋ ਸੋਜਸ ਨਾ ਕਰਤ ਉਚਾਰੀ। ਗੁਰੂ ਮਹਾਰਾਜ ਜੀਆਂ ਦਾ ਜਸ ਕੋਈ ਵੀ ਗੁਰਸਿੱਖ ਫਿਰ ਕਰੋੜੀਏ ਦੇ ਪਾਸ ਨਹੀਂ ਕਰਦਾ ਸੀ ਕਿ ਜੇ ਸਤਿਗੁਰਾਂ ਦਾ ਜਸ ਕੀਤਾ, ਕੋਈ ਵਡਿਆਈ ਕੀਤੀ, ਤੇ ਇਹਨੇ ਸਤਿਗੁਰਾਂ ਦੇ ਖਿਲਾਫ ਉਲਟ ਬਚਨ ਬੋਲਣੇ ਸ਼ੁਰੂ ਕਰ ਦੇਣੇ ਹਨ, ਕਿਉਂਕਿ ਉਹ ਕਰੋੜੀਆ ਇਸ ਦੀ ਮੱਤ ਹੀ ਈਰਖਾ ਦਵੈਸ਼ ਦੇ ਵਿੱਚ ਭਿੱਜੀ ਹੋਈ ਸੀ। ਰਘੂਵਰ ਸੁਤਪੁਰ ਕੀ ਰਜਧਾਨੀ। ਜੋ ਸ਼੍ਰੀ ਰਾਮ ਭਗਵਾਨ ਰਾਮਚੰਦਰ ਜੀ ਹੋਏ ਹਨ, ਇਹਨਾਂ ਦੇ ਦੋ ਸੁਪੁੱਤਰ ਲਵ ਤੇ ਕੁਸ਼। ਲਵ ਦਾ ਰਚਿਆ ਹੋਇਆ ਰਚਨਾ ਕੀਤੀ ਹੋਈ ਸੀ, ਇਹ ਵਸਾਇਆ ਹੋਇਆ ਸ਼ਹਿਰ ਸੀ ਲਾਹੌਰ ਸ਼ਹਿਰ। ਬਹੁ ਲੋਕਨ ਮੈਂ ਥਾਂ ਪ੍ਰਧਾਨੀ। ਉਹ ਆਪਣੇ ਸਮੇਂ ਦੇ ਵਿੱਚ ਇਸੇ ਸਥਾਨ ਤੇ ਪ੍ਰਧਾਨ ਸੀ। ਕਰਤ ਹਕੂਮਤ 60 ਦਿਨ ਵਿੱਚੋ। ਇਹ ਜੋ ਕਰੋੜੀਆ ਖੱਤਰੀ ਸੀ ਨਾ, ਇਹ ਕਹਿਣ ਲੱਗੇ ਮੂਰਖ ਮਤ ਵਾਲਾ ਉਸੇ ਸ਼ਹਿਰ ਦੇ ਵਿੱਚ ਜਾਣੇ, ਲਾਹੌਰ ਸ਼ਹਿਰ ਦੇ ਵਿੱਚ ਆਪਣੀ ਰਿਹਾਇਸ਼ ਅਤੇ ਹਕੂਮਤ ਕਰਦਾ ਸੀ। ਜਗਤੇਸ਼ਰ ਉਪ ਉਰਨਾ ਸਹੀ ਚੋ। ਪਰ ਗੁਰੂ ਮਹਾਰਾਜ ਜੀਆਂ ਦੀ ਵਡਿਆਈ, ਸਤਿਗੁਰਾਂ ਦਾ ਜਸ ਇਹ ਹਿਰਦੇ ਦੇ ਵਿੱਚ ਸਹਿ ਨਹੀਂ ਸਕਿਆ। ਇੱਕ ਦਿਨ ਜੋਗੀ ਜਾਚਤ ਫਿਰਤੇ। ਇੱਕ ਦਿਨ ਦੀ ਵਿਚਾਰ ਕਿ ਇਸੇ ਨਗਰੀ ਦੇ ਵਿੱਚ, ਇਸੇ ਸ਼ਹਿਰ ਦੇ ਵਿੱਚ ਜੋਗੀ ਕੁਝ ਕੇ ਇਕੱਠੇ ਹੋਏ ਸਨ ਅਤੇ ਇਸ ਨਗਰੀ ਦੇ ਵਿੱਚ ਵਿਚਰ ਰਹੇ ਸਨ। ਗੁਰੂ ਸ਼ਬਦ ਕੋ ਗਾਵਨ ਕਰਤੇ। ਉਹ ਜੋਗੀਆਂ ਨੇ ਵੀ ਕਿਸੇ ਸਮੇਂ ਗੁਰੂ ਮਹਾਰਾਜ ਜੀਆਂ ਦੀ ਸੰਗਤ ਕੀਤੀ ਸੀ ਅਤੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਸੋਂ ਬਹੁਤ ਸਾਰੇ ਸ਼ਬਦ ਲਿਖ ਲਏ ਸਨ, ਯਾਦ ਕਰ ਲਏ ਸਨ, ਕੰਠ ਕਰ ਲਏ ਸਨ। ਅੱਜ ਇਸੇ ਸ਼ਹਿਰ ਦੇ ਵਿੱਚ ਜੋਗੀ ਵਿਚਰ ਰਹੇ ਹਨ ਅਤੇ ਆਪਣੇ ਮੁਖ ਤੋਂ ਇੱਕ ਕਿੰਗਰੀ ਵਜਾ ਕੇ ਉਹ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਗਾਇਨ ਕਰ ਰਹੇ ਹਨ। ਹਾਥ ਵਿਖੇ ਕੰਗੋਰੀ ਕੋ ਲੀਨੋ। ਇੱਕ ਕਿੰਗਰੀ ਇਹਨਾਂ ਦੇ ਹੱਥ ਦੇ ਵਿੱਚ ਹੈ, ਉਸ ਨੂੰ ਵਜਾਉਂਦੇ ਹਨ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਬਾਣੀ ਦੇ ਸ਼ਬਦ ਗਾ ਰਹੇ ਹਨ। ਰੀਜ ਬਜਾਵੇਂ ਪ੍ਰੇਮੇ ਭੀਨੇ। ਬੜੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਰੀਝ ਕੇ, ਬੜੀ ਖੁਸ਼ੀ ਦੇ ਨਾਲ, ਬੜੇ ਆਨੰਦ ਦੇ ਨਾਲ ਬਾਣੀ ਦੇ ਸ਼ਬਦ ਉੱਚੀ ਉੱਚੀ ਪੜ੍ਹਦੇ ਹੋਏ ਜੋਗੀ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਫਿਰ ਰਹੇ ਹਨ। ਫਿਰਤ ਪਹੁੰਚੇ ਤੈ ਥਾਨੀ। ਇਸ ਤਰ੍ਹਾਂ ਜਦ ਜੋਗੀ ਸ਼ਬਦ ਪੜ੍ਹਦੇ ਹੋਏ, ਕਿੰਗਰੀ ਵਜਾਉਂਦੇ ਹੋਏ ਸ਼ਹਿਰਾਂ ਬਾਜ਼ਾਰਾਂ ਦੀਆਂ ਗਲੀਆਂ ਦੇ ਵਿੱਚ ਫਿਰਦੇ ਹਨ ਤੇ ਫਿਰਦੇ ਫਿਰਦੇ ਉੱਥੇ ਪਹੁੰਚ ਜਾਂਦੇ ਹਨ ਜਿਸ ਸਥਾਨ ਤੇ ਇਹ ਕਰੋੜੀਆ ਖੱਤਰੀ ਬੈਠਾ ਹੋਇਆ ਸੀ। ਬੈਠਿਓ ਜਹਾਂ ਮੰਦ ਮਤ ਮਾਨੀ। ਜਿੱਥੇ ਮੰਦੀ ਮਤ ਵਾਲਾ ਕਰੋੜੀਆ ਬੈਠਾ ਸੀ ਨਾ, ਉਸ ਜਗ੍ਹਾ ਦੇ ਨਜ਼ਦੀਕ ਹੀ ਚਲਦੇ ਚਲਦੇ ਇਹ ਜੋਗੀ ਸ਼ਬਦ ਪੜ੍ਹਦੇ ਪਹੁੰਚ ਜਾਂਦੇ ਹਨ। ਸ਼ਬਦ ਸੁਨਤ ਮਤ ਸਰ ਬਹੁ ਧਾਰੀ। ਜਦ ਇਸ ਨੇ ਸੁਣਿਆ ਕਿ ਇਹ ਤੇ ਗੁਰੂ ਨਾਨਕ ਜੀਆਂ ਦੇ ਸ਼ਬਦ ਪੜ੍ਹ ਰਹੇ ਹਨ ਤੇ ਈਰਖਾ ਦਵੈਸ਼ ਤੇ ਪਹਿਲੇ ਹੀ ਰੱਖਦਾ ਸੀ, ਇਹ ਜੋਗੀਆਂ ਦੇ ਪਾਸੋਂ ਵੀ ਗੁਰੂ ਕੇ ਸ਼ਬਦ ਗੁਰੂ ਕੀ ਬਾਣੀ ਸੁਣ ਕੇ ਹਿਰਦੇ ਦੇ ਵਿੱਚੋਂ ਹੋਰ ਵੀ ਸੜ ਵੱਲ ਜਾਂਦਾ ਹੈ। ਜਨ ਵਿਖ ਦੇਤ ਹੋਤ ਦੁਖ ਭਾਰੀ। ਜਿਵੇਂ ਕਿਸੇ ਨੂੰ ਵਿਖ ਦੇ ਦਿੱਤਾ ਜਾਵੇ, ਜ਼ਹਿਰ ਦਿੱਤਾ ਜਾਵੇ, ਉਹਨੂੰ ਕਿੰਨੀ ਤਕਲੀਫ ਹੁੰਦੀ ਹੈ, ਕਿੰਨਾ ਕਸ਼ਟ ਹੁੰਦਾ ਹੈ। ਇਹ ਕਰੋੜੀਏ ਖੱਤਰੀ ਨੂੰ ਇੰਨਾ ਕਸ਼ਟ ਹੋਇਆ, ਇੰਨਾ ਦੁੱਖ ਹੋਇਆ ਸਤਿਗੁਰਾਂ ਦੀ ਬਾਣੀ ਇਹਨਾਂ ਜੋਗੀਆਂ ਦੇ ਪਾਸੋਂ ਸੁਣ ਕੇ।
ਈਰਖਾ ਦਵੈਸ਼ ਰੱਖਦਾ ਸੀ, ਮਾਨੋ ਬਲਦੀ ਦੇ ਉੱਤੇ ਫੂਸ ਪਾਉਣ ਵਾਲਾ ਕੰਮ ਹੋ ਗਿਆ। ਤੇ ਬਾਣੀ ਸੁਣ ਕੇ ਜੋਗੀਆਂ ਦੇ ਪਾਸੋਂ ਇਹ ਹਿਰਦੇ ਦੇ ਵਿੱਚੋਂ ਬੜਾ ਸੜ ਵੱਲ ਜਾਂਦਾ ਹੈ। ਪਰਬਤਾ ਮਦ ਅੰਧਾ ਅਗਿਆਨੀ, ਜਿਹੜਾ ਪ੍ਰਭਤਾ ਚੌਧਰਤਾ ਦੇ ਮਦ ਦੇ ਵਿੱਚ, ਚੌਧਰਤਾ ਦੇ ਹਕੂਮਤ ਦੇ ਹੰਕਾਰ ਦੇ ਵਿੱਚ ਅੰਧਾ ਹੋਇਆ ਫਿਰਦਾ ਸੀ। ਇਸ ਕਰੋੜੀਏ ਨੂੰ ਗੁਰਸਿੱਖੀ ਦੇ ਬਾਰੇ, ਗੁਰਮਤਿ ਦੇ ਬਾਰੇ ਅਜੇ ਕੋਈ ਵੀ ਗਿਆਨ ਨਹੀਂ ਹੈ, ਪਰ ਆਪਣੀ ਹਕੂਮਤ ਦੇ ਹੰਕਾਰ ਦੇ ਵਿੱਚ ਅੰਧਾ ਹੋਇਆ। ਤੇ ਜੋਗੀਆਂ ਦੇ ਪਾਸੋਂ ਐਸੇ ਬਚਨ ਸਤਿਗੁਰਾਂ ਦੇ ਸੁਣ ਕੇ ਬੜਾ ਦੁਖੀ ਹੁੰਦਾ ਹੈ। ਸੰਤਨ ਤੇ ਬੇਮੁਖ ਸੁਖਹਾਨੀ, ਸੰਤਾਂ ਤੋਂ ਬੇਮੁਖ ਸੀ, ਉਲਟ ਚੱਲਣ ਵਾਲਾ ਸੀ। ਸੰਤਾਂ ਤੋਂ ਬੇਮੁਖ ਹੋ ਕੇ, ਸੰਤਾਂ ਦੀ ਨਿੰਦਿਆ ਕਰਕੇ ਤੇ ਜੀਵ ਆਪਣੇ ਜੀਵਨ ਦੇ ਵਿੱਚ ਜਿਹੜੇ ਸੁੱਖ ਆਉਣੇ ਹੁੰਦੇ ਹਨ ਨਾ, ਉਹਨਾਂ ਨੂੰ ਵੀ ਨਾਸ਼ ਕਰ ਲੈਂਦਾ ਹੈ, ਖਤਮ ਕਰ ਲੈਂਦਾ ਹੈ। ਛਾਤੀ ਜਰਦ ਮਹਾ ਦੁਖ ਪਾਵਤ, ਬਿਨਾਂ ਹੀ ਗੱਲ ਤੋਂ, ਬਿਨਾਂ ਹੀ ਕਾਰਨ ਤੋਂ ਬਹੁਤ ਸਾਰੇ ਲੋਕ ਸਾਧੂ ਮਹਾਤਮਾ ਦੇ ਨਾਲ, ਸੰਤਾਂ ਮਹਾਂਪੁਰਖਾਂ ਦੇ ਨਾਲ ਈਰਖਾ ਦਵੈਸ਼ ਰੱਖਣ ਲੱਗ ਜਾਂਦੇ ਹਨ। ਭਾਵੇਂ ਰੱਬ ਦੇ ਪਿਆਰੇ ਕਿਸੇ ਨੂੰ ਕੌੜਾ ਫਿੱਕਾ ਬਚਨ ਵੀ ਨਹੀਂ ਕਹਿੰਦੇ, ਕਿਸੇ ਦਾ ਦਿਲ ਦੁਖਾ ਕੇ ਵੀ ਰਾਜੀ ਨਹੀਂ ਹੁੰਦੇ, ਔਰ ਸਦਾ ਦੇ ਵਾਸਤੇ ਲੋਕਾਂ ਦੇ ਭਲਾ ਹੀ ਕਰਦੇ ਹੈ, ਜੀਵਾਂ ਦਾ ਭਲਾ ਹੀ ਕਰਦੇ ਹੈ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਸੰਤ ਤੇ ਜੀਵਾਂ ਦੇ ਸਹਾਈ ਹੁੰਦੇ ਹਨ, ਕਿਉਂਕਿ ਜੀਵਾਂ ਦੀ ਮਦਦ ਕਰਨ ਦੇ ਵਾਸਤੇ ਹੀ ਆਇਆ ਕਰਦੇ ਹਨ। ਪਰ ਫਿਰ ਵੀ ਬਹੁਤ ਸਾਰੇ ਲੋਕ ਬਿਨਾਂ ਹੀ ਕਾਰਨ ਤੋਂ ਸੰਤਾਂ ਮਹਾਂਪੁਰਖਾਂ ਦੇ ਨਾਲ ਈਰਖਾ ਦਵੈਸ਼ ਰੱਖਦੇ ਹਨ। ਤੇ ਇਹ ਕਰੋੜੀਆ, ਭਾਵੇਂ ਸਤਿਗੁਰਾਂ ਨੇ ਇਸ ਨੂੰ ਕੋਈ ਕੌੜਾ ਫਿੱਕਾ ਬਚਨ ਨਹੀਂ ਕੀਤਾ, ਕੋਈ ਐਸੀ ਗੱਲ ਨਹੀਂ ਹੋਈ ਕਿ ਜਿਸ ਦੇ ਨਾਲ ਇਸ ਕਰੋੜੀਏ ਦਾ ਨੁਕਸਾਨ ਹੋ ਗਿਆ ਹੋਵੇ, ਪਰ ਫਿਰ ਵੀ ਆਪਣੇ ਹਿਰਦੇ ਦੇ ਵਿੱਚੋਂ ਇੰਨੀ ਈਰਖਾ ਦਵੈਸ਼ ਰੱਖਦਾ ਹੈ, ਸੜਦਾ ਬਲਦਾ ਹੈ। ਕਵੀ ਜੀ ਕਹਿੰਦੇ ਕਿ ਬਿਨਾਂ ਹੀ ਕਾਰਨ ਤੋਂ ਬੈਠਾ ਸੜ ਵਾਲਾ ਦੁਖੀ ਹੋ ਰਿਹਾ ਹੈ। ਤਬ ਜੋਗੀ ਇਹ ਤੁਖ ਥੇ ਗਾਵਤ, ਜੋਗੀ ਜੋ ਉਸ ਟਾਈਮ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਪੜ੍ਹਦੇ ਸਨ ਨਾ, ਉਹ ਉਸ ਸਮੇਂ ਕਿਹੜੇ ਸ਼ਬਦ ਪੜ੍ਹ ਰਹੇ ਸਨ? ਕਵੀ ਜੀਆਂ ਨੇ ਸ਼ਬਦ ਅੰਕਿਤ ਕੀਤਾ ਹੈ ਕਿ ਇਹ ਤੁਕਾਂ ਉਸ ਟਾਈਮ ਜੋਗੀ ਪੜ੍ਹ ਰਹੇ ਸਨ। ਸ੍ਰੀ ਮੁਖਵਾਕ ਮਹਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜੋ ਸ਼ਬਦ ਉਚਾਰਨ ਕੀਤਾ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਜੋਗੀ ਪੜ੍ਹ ਰਹੇ ਸਨ ਸਤਿਗੁਰਾਂ ਦੀ ਬਾਣੀ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ। ਜਿਨ੍ਹਾਂ ਪੰਕਤੀਆਂ ਦੇ ਅਰਥ ਤੇ ਇਹੋ ਜਿਹੇ ਹਨ ਕਿ ਜਿਨ੍ਹਾਂ ਅਰਥਾਂ ਨੂੰ ਸੁਣ ਕੇ ਸੜਦਾ ਬਲਦਾ ਹਿਰਦਾ ਸ਼ਾਂਤ ਹੋ ਜਾਵੇ, ਠੰਡਾ ਹੋ ਜਾਵੇ, ਸਰੀਰ ਦੇ ਦੁੱਖ ਸੁਣਦਿਆਂ ਸਾਰ ਹੀ ਦੂਰ ਹੋ ਜਾਣ, ਗੁਰਬਾਣੀ ਦੇ ਨਾਲ ਮਨ ਜੋੜਿਆ ਜਾਵੇ, ਮਨ ਦੀ ਇਕਾਗਰਤਾ ਕੀਤੀ ਜਾਵੇ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਵਚਨ ਕਿ ਜੇਕਰ ਗੁਰਸਿੱਖ ਗੁਰਬਾਣੀ ਦੇ ਵਿੱਚ, ਕਥਾ ਕੀਰਤਨ ਦੇ ਵਿੱਚ ਮਨ ਨੂੰ ਇਕਾਗਰ ਕਰੇ ਤੇ ਉਹ ਇਕਾਗਰਤਾ ਦਾ ਇੱਕ ਇੱਕ ਛਿਣ ਦਾ, ਇੱਕ ਇੱਕ ਕਰੋੜ ਅਸਮੇਤ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਬਚਨ ਕਿ ਇੱਕ ਇੱਕ ਛਿਣ ਮਾਨੋ ਇੱਕ ਇੱਕ ਸੈਕਿੰਟ ਦਾ ਇਕਾਗਰਤਾ ਦਾ ਕਰੋੜ ਅਸਮੇਤ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਤਾਂ ਤੇ ਕਿੱਡਾ ਵੱਡਾ ਫਲ ਪ੍ਰਾਪਤ ਹੋਇਆ। ਆਪਾਂ ਨੂੰ ਵੀ ਚਾਹੀਦਾ ਹੈ ਕਿ ਜਿੰਨਾ ਜਿੰਨਾ ਸਮਾਂ ਮਿਲੇ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਸੁਣਨ ਦਾ, ਸਤਿਗੁਰਾਂ ਦੀ ਕਥਾ ਵਾਰਤਾ, ਗੁਰਬਾਣੀ ਦਾ ਕੀਰਤਨ ਸੁਣਨ ਦਾ ਸਮਾਂ ਪ੍ਰਾਪਤ ਹੋਵੇ ਤੇ ਦੁਨੀਆ ਦੇ ਖਿਆਲਾਂ ਨੂੰ, ਦੁਨੀਆ ਦੇ ਧੰਦੇ ਧੰਦਾਰਿਆਂ ਨੂੰ ਛੱਡ ਕੇ ਕੇਵਲ ਤੇ ਕੇਵਲ ਗੁਰਬਾਣੀ ਦੇ ਵਿੱਚ ਹੀ, ਗੁਰੂ ਚਰਨਾਂ ਦੇ ਵਿੱਚ ਹੀ ਮਨ ਜੋੜਿਆ ਜਾਵੇ। ਸੰਤ ਜੀ ਮਹਾਰਾਜ ਜੀਆਂ ਦੇ ਬਹੁਤ ਵੱਡੇ ਬਚਨ ਕਿ ਇਕਾਗਰਤਾ ਦਾ ਇੱਕ ਇੱਕ ਛਿਣ ਦਾ ਕਰੋੜ ਅਸਮੇਤ ਜਗਲ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਗੁਰਬਾਣੀ ਨੂੰ ਸੁਣ ਕੇ ਨਾਨਕ ਆਖੈ ਰੇ ਮਨਾ ਸੁਣਿਆ ਸਿੱਖ ਸਹੀ, ਜਿਸ ਦੇ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ ਕਿ ਇਹ ਮੇਰੇ ਮਨਾ ਤੂੰ ਸੱਚੀ ਸਿੱਖਿਆ, ਜੋ ਪਰਮਾਰਥ ਦੀ ਸਿੱਖਿਆ ਹੈ ਉਹ ਸੁਣਨਾ ਕਰ। ਲੇਖਾ ਰਬ ਮੰਗੇਸੀਆ ਬੈਠਾ ਕੱਢ ਵਹੀ, ਕਿ ਰੱਬ ਨੇ ਤੇ ਤੇਰਾ ਲੇਖਾ ਜੋਖਾ ਇੱਕ ਦਿਨ ਕਰਨਾ ਹੀ ਹੈ। ਸਰੀਰ ਨੂੰ ਇੱਕ ਨਾ ਇੱਕ ਦਿਨ ਤਿਆਗ ਕੇ ਜਾਣਾ ਪਵੇਗਾ। ਇਹ ਈਸ਼ਵਰੀ ਨੇਤ ਹੈ, ਈਸ਼ਵਰੀ ਕਾਨੂੰਨ ਹੈ। ਇਸ ਨੂੰ ਕੋਈ ਵੀ ਅੱਜ ਤੱਕ ਨਾ ਤੇ ਭੰਗ ਕਰ ਸਕਿਆ ਹੈ, ਨਾ ਆਉਣ ਵਾਲੇ ਸਮੇਂ ਦੇ ਵਿੱਚ ਭੰਗ ਕਰੇਗਾ। ਸਰੀਰ ਤਿਆਗਣ ਤੋਂ ਬਾਅਦ
ਇਹ ਰੂਹ ਜੀਵ ਆਤਮਾ ਪ੍ਰਾਣਾਂ ਦੇ ਆਸਰੇ ਇਸ ਸੰਸਾਰ ਦੇ ਵਿੱਚੋਂ ਮਾਤ ਲੋਕ ਦੇ ਵਿੱਚੋਂ ਚਲੀ ਜਾਵੇਗੀ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਫਿਰ ਉਸ ਪਰਮਾਤਮਾ ਨੇ ਇਸ ਦਾ ਲੇਖਾ ਜੋਖਾ ਹਿਸਾਬ ਕਿਤਾਬ ਤੇ ਮੰਗਣਾ ਹੀ ਹੈ ਨਾ। ਤੇ ਲੇਖੇ ਜੋਖੇ ਦੀ ਬਾਬਤ ਬਹੁਤ ਸਾਰੀਆਂ ਵਿਚਾਰਾਂ, ਬਹੁਤ ਸਾਰੀਆਂ ਪੰਕਤੀਆਂ ਸਤਿਗੁਰਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਦਰਜ ਹਨ। ਫਿਰ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਵਿਚਾਰਾਂ ਆਉਂਦੀਆਂ ਹਨ ਜਿਨ੍ਹਾਂ ਤੋਂ ਇਸ ਲੇਖੇ ਜੋਖੇ ਦੀ ਬਾਬਤ ਪਤਾ ਚੱਲਦਾ ਹੈ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਉਮਰ ਤਕਰੀਬਨ 5 ਸਾਲਾਂ ਦੀ ਹੋਈ ਸੀ ਤਾਂ ਬਾਬਾ ਮਹਿਤਾ ਕਾਲੂ ਜੀ, ਬਾਬਾ ਕਲਿਆਣ ਚੰਦ ਜੀ ਇਹ ਸੋਚਦੇ ਹਨ ਕਿ ਮੇਰਾ ਪੁੱਤਰ ਹੁਣ ਪੜ੍ਹਾਉਣ ਦੇ ਯੋਗ ਹੋ ਗਿਆ, ਪੜ੍ਹਾਉਣ ਦੇ ਲਾਇਕ ਹੋ ਗਿਆ, ਤਾਂ ਗੋਪਾਲ ਨਾਮੇ ਪਾਂਧੇ ਦੇ ਪਾਸ ਪੜ੍ਹਨ ਪਾ ਦਿੱਤਾ। ਜਦ ਪਹਿਲੇ ਦਿਨ ਪੜ੍ਹਨ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਗਏ ਤੇ ਜਿਵੇਂ ਜਿਵੇਂ ਪਾਂਧਾ ਪੜ੍ਹਾ ਰਿਹਾ ਹੈ ਉਵੇਂ ਉਵੇਂ ਸਤਿਗੁਰੂ ਸੁਣਾ ਰਹੇ ਹਨ। ਪਰ ਅਗਲਾ ਦਿਨ ਹੋਇਆ ਤੇ ਪਾਂਧਾ ਪੜ੍ਹਾਉਣ ਦੇ ਵਾਸਤੇ ਬੋਲ ਰਿਹਾ ਹੈ ਤਾਂ ਸਤਿਗੁਰੂ ਮਹਾਰਾਜ ਇੱਕ ਰਸ ਚੌਂਕੜਾ ਲਗਾ ਕੇ ਬੈਠੇ ਹਨ। ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦੇ। ਕੋਈ ਵੀ ਪਾਂਧੇ ਦੀ ਪੜ੍ਹਾਈ ਹੋਈ ਪੱਟੀ ਪੜ੍ਹ ਨਹੀਂ ਰਹੀ ਹੈ। ਪਾਂਧਾ ਕਹਿਣ ਲੱਗਿਆ, ਗੁਰੂ ਨਾਨਕ ਜੀ ਕੱਲ੍ਹ ਤੁਸੀਂ ਬੜਾ ਸੋਹਣਾ ਪੜ੍ਹੇ ਔਰ ਅੱਜ ਕੀ ਹੋਇਆ, ਅੱਜ ਤੁਸੀਂ ਪੜ੍ਹ ਨਹੀਂ ਰਹੇ, ਸੁਣਾ ਨਹੀਂ ਰਹੇ। ਕਾਫੀ ਕਹਿਣ ਤੋਂ ਬਾਅਦ ਸਤਿਗੁਰਾਂ ਪਹਿਲੇ ਤੇ ਕੋਈ ਜਵਾਬ ਨਹੀਂ ਦਿੱਤਾ। ਜਦ ਪਾਂਧਾ ਬਾਰ-ਬਾਰ ਕਹਿਣ ਲੱਗਿਆ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, 5 ਸਾਲ ਦੀ ਉਮਰ ਹੈ ਸਤਿਗੁਰਾਂ ਦੀ। ਕਹਿਣ ਲੱਗੇ, ਪਾਂਧਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਤਾਂ ਗੋਪਾਲ ਪਾਂਧਾ ਜੀ ਕਹਿਣ ਲੱਗੇ ਕਿ ਦੇਖੋ ਨਾਨਕ ਜੀ, ਤੁਹਾਡੇ ਪਿਤਾ ਦਾ ਪਟਵਾਰਖਾਨੇ ਦਾ ਕੰਮ ਹੈ। ਇਸ ਦੇ ਵਿੱਚ ਲੇਖਾ ਜੋਖਾ ਹਿਸਾਬ ਕਿਤਾਬ ਬਹੁਤ ਸਾਰਾ ਕਰਨਾ ਪੈਂਦਾ ਹੈ। ਇਹ ਤੁਹਾਨੂੰ ਮੈਂ ਸਿਖਾਵਾਂਗਾ, ਸਮਝਾਵਾਂਗਾ। ਤੁਸੀਂ ਵੱਡੇ ਹੋ ਕੇ ਆਪਣੇ ਪਿਤਾ ਜੀਆਂ ਦੀ ਡਿਊਟੀ ਆਪ ਸਾਂਭ ਲਵੋਗੇ ਤੇ ਇਹ ਜੋ ਲੇਖਾ ਜੋਖਾ ਹਿਸਾਬ ਕਿਤਾਬ ਮੈਂ ਤੁਹਾਨੂੰ ਸਾਰਾ ਕਰਨਾ ਦੱਸ ਦੇਵਾਂਗਾ। ਗਿਣਤੀਆਂ ਮਿਣਤੀਆਂ ਜ਼ਮੀਨਾਂ ਆਦਿਆਂ ਸਭ ਕੁਝ ਦੱਸ ਦੇਵਾਂਗਾ। ਸਤਿਗੁਰਾਂ ਨੇ ਬਚਨ ਕੀਤਾ, ਪਾਂਧਾ ਜੀ ਇਹ ਜੋ ਤੁਸੀਂ ਵਿਦਿਆ, ਜੋ ਪੜ੍ਹਾਈ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ, ਮੈਨੂੰ ਇਹ ਤਾਂ ਜਰਾ ਦੱਸੋ ਕਿ ਇਹ ਪਰਲੋਕ ਦੇ ਵਿੱਚ ਵੀ ਸਹਾਈ ਹੋਵੇਗੀ। ਜਦੋਂ ਜੀਵ ਇਨਸਾਨ ਆਪਣਾ ਸਰੀਰ ਤਿਆਗ ਕੇ ਪ੍ਰਾਣਾਂ ਦੇ ਆਸਰੇ ਜੀਵ ਆਤਮਾ ਇੱਥੋਂ ਚਲਿਆ ਜਾਵੇਗਾ, ਰੱਬ ਦੀ ਦਰਗਾਹ ਦੇ ਵਿੱਚ ਲੇਖਾ ਜੋਖਾ ਹੋਵੇਗਾ ਤੇ ਇਹ ਪੜ੍ਹਾਈ ਹੋਈ ਤੁਹਾਡੀ ਪੜ੍ਹਾਈ, ਇਹ ਵਿਦਿਆ ਉੱਥੇ ਵੀ ਕੰਮ ਆਵੇਗੀ ਜਾਂ ਨਹੀਂ ਆਵੇਗੀ। ਇੱਕ 5 ਸਾਲ ਦੇ ਬੱਚੇ ਦੇ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹ ਪਾਂਧਾ ਬੜਾ ਹੈਰਾਨ ਹੋ ਗਿਆ, ਜੋ ਬਜ਼ੁਰਗ ਅਵਸਥਾ ਦੇ ਵਿੱਚ ਹੋ ਚੁੱਕਿਆ ਸੀ। ਇਹ ਸੁਣ ਕੇ ਬੜਾ ਹੈਰਾਨ ਹੋ ਗਿਆ ਕਿ ਅੱਜ ਤੱਕ ਇਸ ਤਰ੍ਹਾਂ ਦੇ ਬਚਨ ਇਹੋ ਜਿਹੇ ਬੱਚਿਆਂ ਦੇ ਪਾਸੋਂ, ਬੱਚਿਆਂ ਦਾ ਕੀ ਕਹਿਣਾ, ਹੋਰ ਵੱਡਿਆਂ ਦੇ ਪਾਸੋਂ ਵੀ ਸੁਣਨ ਨੂੰ ਨਹੀਂ ਮਿਲਦੇ ਹਨ। ਤਾਂ ਪਾਂਧੇ ਨੇ ਸੋਚਿਆ ਕਿ ਜੋ ਇਸ ਨਗਰੀ ਦੇ ਵਿੱਚ ਤਲਵੰਡੀ ਰਾਏ ਭੋਏ ਕੀ ਨਗਰੀ ਦੇ ਲੋਕ ਕਹਿੰਦੇ ਹਨ ਨਾ ਕਿ ਬਾਬਾ ਮਹਿਤਾ ਕਾਲੂ ਜੀਆਂ ਦਾ ਬੱਚਾ ਕੋਈ ਆਮ ਬੱਚਾ ਨਹੀਂ ਹੈ, ਇਹ ਕੋਈ ਕਰਤਾਰੀ ਪੁਰਸ਼ ਹੈ, ਇਸ ਦੁਨੀਆ ਤੇ ਦੁਨੀਆ ਦੇ ਭਲੇ ਦੇ ਲਈ ਆਇਆ ਹੋਇਆ ਹੈ। ਤੇ ਅੱਜ ਉਹੀ ਗੱਲ ਪਾਂਧਾ ਜੀਆਂ ਨੇ ਦੇਖੀ ਕਿ ਮੇਰੇ ਸਾਹਮਣੇ ਹੋ ਰਹੀ ਹੈ। ਤਾਂ ਨਿਮਰਤਾ ਦੇ ਘਰ ਦੇ ਵਿੱਚ ਆਇਆ ਪਾਂਧਾ ਹੱਥ ਜੋੜ ਕੇ ਬੇਨਤੀ ਕਰਦਾ ਹੈ, ਪੁੱਛਣ ਲੱਗਦਾ ਹੈ ਜੀ ਅੱਗੇ ਵੀ ਕੋਈ ਹਿਸਾਬ ਕਿਤਾਬ ਲੇਖਾ ਜੋਖਾ ਹੁੰਦਾ, ਅੱਗੇ ਵੀ ਕੋਈ ਲੇਖਾ ਮੰਗਣ ਵਾਲਾ ਹੁੰਦਾ ਹੈ ਕਿ ਨਹੀਂ ਹੁੰਦਾ? ਜੇ ਕੋਈ ਹੁੰਦਾ ਹੈ ਤਾਂ ਉਹਦੇ ਬਾਰੇ ਦੱਸੋ। ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਇੱਕ ਸ਼ਬਦ ਉਚਾਰਨ ਕਰਕੇ 5 ਸਾਲ ਦੀ ਉਮਰ ਦੇ ਵਿੱਚ ਸ਼ਬਦ ਉਚਾਰਨ ਕੀਤਾ। ਗੋਪਾਲ ਪਾਂਧੇ ਨੂੰ ਲੇਖੇ ਜੋਖੇ ਦੀ ਬਾਬਤ ਦੱਸਿਆ। ਲੇਖੇ ਜੋਖੇ ਦੀ ਬਾਬਤ ਸਤਿਗੁਰੂ ਮਹਾਰਾਜ ਜੀਆਂ ਨੇ ਦੱਸਣਾ ਕੀਤਾ ਕਿ ਬਾਬਾ ਇਹੋ ਲੇਖਾ ਲਿਖ ਜਾਣ, ਜਿੱਥਾ ਲੇਖਾ ਮੰਗਿਆ ਤਿੱਥਾ ਹੋਏ ਸੱਚਾ ਨਿਸ਼ਾਨ। ਤਾਂ ਫਿਰ ਗੋਪਾਲ ਪਾਂਧਾ ਜੀਆਂ ਨੇ ਬੇਨਤੀ ਕੀਤੀ, ਕਹਿਣ ਲੱਗਿਆ ਮਹਾਰਾਜ ਫਿਰ ਮੈਨੂੰ ਇਹ ਵੀ ਦੱਸਣਾ ਕਰੋ ਕਿ ਉਹ ਕਿਹੜੀ ਵਿਦਿਆ ਹੈ, ਕੋਈ ਕਿਹੜੀ ਪੜ੍ਹਾਈ ਹੈ ਜਿਸ ਦੇ ਕੀਤਿਆਂ ਜੋ ਅੱਗੇ ਰੱਬ ਦੀ ਦਰਗਾਹ ਦੇ ਵਿੱਚ ਜਿੱਥੇ ਲੇਖਾ ਮੰਗਿਆ ਜਾਵੇਗਾ ਉੱਥੇ ਨਾਲ ਜਾਵੇਗੀ, ਉੱਥੇ ਸਹਾਇਤਾ ਕਰੇਗੀ। ਤਾਂ ਫਿਰ ਗੁਰੂ ਮਹਾਰਾਜ ਜੀਆਂ ਨੇ ਪਰਮਾਰਥ ਦੇ ਬਹੁਤ ਸਾਰੇ ਵਚਨ ਸੁਣਾਏ। ਇਹ ਪਾਂਧਾ ਜਿਉਂ-ਜਿਉਂ ਸੁਣਦਾ ਹੈ ਬੜੇ ਨਿਮਰਤਾ ਦੇ ਘਰ ਦੇ ਵਿੱਚ ਆ ਜਾਂਦਾ ਹੈ। ਆਖਰਕਾਰ ਇੰਨੀ ਨਿਮਰਤਾ ਦੇ ਵਿੱਚ ਆਇਆ ਕਿ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਪਕੜ ਕੇ ਨਮਸਕਾਰ ਕੀਤੀ
ਕਿ ਤੁਸੀਂ ਤੇ ਕੋਈ ਕਰਤਾਰੀ ਪੁਰਸ਼ ਜੀਵਾਂ ਦੇ ਭਲੇ ਦੇ ਵਾਸਤੇ ਆਏ ਹੋਏ ਹੋ। ਮੈਨੂੰ ਵੀ ਉਪਦੇਸ਼ ਦਿਓ, ਮੈਨੂੰ ਵੀ ਨਿਹਾਲ ਕਰੋ। ਸਤਿਗੁਰੂ ਮਹਾਰਾਜ ਜੀਆਂ ਨੇ 5 ਸਾਲ ਦੀ ਉਮਰ ਦੇ ਵਿੱਚ ਹੀ ਨਾਮ ਦਾ ਉਪਦੇਸ਼ ਗੋਪਾਲ ਪਾਂਧੇ ਨੂੰ ਦੇ ਕੇ ਨਿਹਾਲ ਕਰ ਦਿੱਤਾ। ਗੋਪਾਲ ਪਾਂਧੇ ਦਾ ਜਨਮ ਮਰਨ ਦਾ ਗੇੜ ਕੱਟ ਦਿੱਤਾ। ਤਾਂ ਗੁਰੂ ਮਹਾਰਾਜ ਜੀ ਹੁਣ ਇਸ ਸ਼ਬਦ ਦੇ ਵਿੱਚ ਵੀ ਇਹ ਲੇਖੇ ਜੋਖੇ ਦੀ ਬਾਬਤ ਉਚਾਰਨ ਕਰਦੇ ਹਨ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਜੋਗੀ ਇਹ ਸ਼ਬਦ ਪੜ੍ਹ ਰਹੇ ਸਨ, ਜਿਸ ਦੇ ਅਰਥ ਇਹ ਬਣਦੇ ਸੀ ਕਿ ਉਸ ਪਰਮਾਤਮਾ ਨੇ ਇਹ ਮਨੁੱਖ, ਇਹ ਭਾਈ ਤੇਰੇ ਤੋਂ ਇੱਕ ਦਿਨ ਲੇਖਾ ਜੋਖਾ ਮੰਗਣਾ ਹੈ, ਤਾਂ ਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲੈ। ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ। ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ, ਕਿਉਂਕਿ ਉਸ ਸਥਾਨ ਤੇ ਸੱਦੇ ਤੇ ਸਭਨਾਂ ਨੂੰ ਪੈ ਰਹੇ ਹਨ ਨਾ ਆਪੋ ਆਪਣੀ ਬਾਰੀ ਦੇ ਅਨੁਸਾਰ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਜਿਹੜੇ ਆਕੀ ਹੋ ਕੇ ਬੈਠੇ ਹਨ, ਭਾਵ ਮਨਮੁਖਤਾਈ ਧਾਰਨ ਕਰਕੇ ਬੈਠੇ ਹਨ, ਰੱਬ ਦੀ ਹੋਂਦ ਤੋਂ ਮੁਨਕਰ ਹਨ, ਸਦੇ ਤੇ ਉਹਨਾਂ ਨੂੰ ਵੀ ਪੈਣੇ ਹਨ। ਹਿਸਾਬ ਕਿਤਾਬ ਉਹਨਾਂ ਤੋਂ ਵੀ ਲਿਆ ਜਾਵੇਗਾ। ਬਾਕੀ ਭਾਵੇਂ ਥੋੜ੍ਹੀ ਬਹੁਤੀ ਜ਼ਿੰਦਗੀ ਕਿਸੇ ਦੀ ਬਚੀ ਹੈ ਤੇ ਆਖਰਕਾਰ ਤੇ ਲੇਖਾ ਦੇਣਾ ਹੀ ਪਵੇਗਾ। ਅਜਰਾਇਲ ਫਰਿਸ਼ਤਾ ਹੋਸੀ ਆਏ ਤਈ। ਅਜਰਾਇਲ ਫਰਿਸ਼ਤਾ ਮਾਨੋ ਮੌਤ ਦਾ ਫਰਿਸ਼ਤਾ, ਉਹ ਤੇ ਕਹਿੰਦੇ ਇੱਕ ਨਾ ਇੱਕ ਦਿਨ ਆਇਆ ਹੀ ਖੜਾ ਹੈ। ਆਵਣ ਜਾਣ ਨਾ ਸੁਝਈ ਪੀੜੀ ਗਲੀ ਫਹੀ। ਆਉਣਾ ਜਾਣਾ ਫੇਰ ਕਹਿਣ ਲੱਗੇ ਕੋਈ ਸੁਝਦਾ ਨਹੀਂ ਹੈ, ਜਦ ਇਹ ਜਿੰਦੜੀ ਭੀੜੀਆਂ ਗਲੀਆਂ ਦੇ ਵਿੱਚ ਫਸ ਜਾਂਦੀ ਹੈ, ਭਾਵ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਪੈ ਜਾਂਦੀ ਹੈ ਨਾ ਜਿੰਦ, ਫਿਰ ਉਸ ਸਥਾਨ ਤੇ ਆਉਣਾ ਜਾਣਾ ਕੀ ਸੁੱਝਣਾ ਸੀ। ਫਿਰ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਜੂਨ ਦੇ ਵਿੱਚੋਂ ਆਇਆ ਹਾਂ, ਸਰੀਰ ਛੱਡ ਕੇ ਕਿੱਥੇ ਨੂੰ ਜਾਣਾ ਹੈ। ਆਵਣ ਜਾਣ ਨਾ ਸੁਝੀ ਭੀੜੀ ਗਲੀ ਫਹੀ। ਤੇ ਉਸ ਸਥਾਨ ਤੇ ਜਦ ਇਸ ਤਰ੍ਹਾਂ ਦੀਆਂ ਫਾਹੀਆਂ ਪੈ ਜਾਂਦੀਆਂ ਹਨ, ਜਿੰਦੜੀ ਭੀੜੀ ਗਲੀ, ਭੀੜੀਆਂ ਗਲੀਆਂ ਮਾਨੋ ਟੇਢੀਆਂ ਜੂਨਾਂ ਦੇ ਵਿੱਚ ਫਸ ਜਾਂਦੀ ਹੈ। ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ। ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਿੱਥੇ ਲੇਖਾ ਜੋਖਾ ਮੰਗਿਆ ਜਾਵੇਗਾ, ਉਥੇ ਤੇ ਕੋੜ ਨੇ ਨਿਖੁੱਟ ਜਾਣਾ ਹੈ, ਦੌੜ ਜਾਣਾ ਹੈ। ਉਥੇ ਤੇ ਕੇਵਲ ਸੱਚ ਦੇ ਨਾਲ ਹੀ ਨਿਸਤਾਰਾ ਹੋਣਾ ਹੈ। ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਇਸੇ ਅਸਥਾਨ ਦੇ ਮਹਾਂਪੁਰਖ, ਜਾਣੇ ਰਾੜਾ ਸਾਹਿਬ ਲੰਗਰਾਂ ਵਾਲੇ ਮਹਾਂਪੁਰਖ, ਉਹ ਆਪਣੇ ਦੀਵਾਨਾਂ ਦੇ ਵਿੱਚ ਬਹੁਤ ਦਫਾ ਇਹ ਧਾਰਨਾ ਪੜਿਆ ਕਰਦੇ ਸਨ ਕਿ ਤੇਰੇ ਸੱਚ ਨੇ ਸਹਾਇਤਾ ਕਰਨੀ, ਕੋੜ ਨੇ ਨਿਖੁੱਟ ਜਾਵੜਾ। ਤੇ ਬੜੇ ਸੋਹਣੇ ਇਹਨਾਂ ਪੰਕਤੀਆਂ ਦੇ ਅਰਥ ਵੀ ਕਰਦੇ। ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਕਿ ਆਖਰਕਾਰ ਤੇ ਕੋੜ ਨੇ ਨਿਖੁੱਟ ਜਾਣਾ ਹੈ। ਉੱਥੇ ਸੱਚ ਦੇ ਨਾਲ ਹੀ ਨਿਬੇੜੇ ਹੋਣੇ ਹਨ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ। ਵੱਖ ਕੱਢੇ ਜਾਣਗੇ ਰੱਬ ਦੇ ਪਿਆਰੇ ਭਗਤ ਅਲੈਦਾ, ਇਹਨਾਂ ਦਾ ਰਸਤਾ ਅਲੈਦਾ, ਅਰ ਪਾਪੀਆਂ ਦਾ, ਅਰ ਮਨਮੁਖਤਾਈ ਦੇ ਵਿੱਚ ਜੀਵਨ ਬਤੀਤ ਕਰਨ ਵਾਲਿਆਂ ਦਾ, ਪਾਪਾ ਗੁਨਾਹਾਂ ਵਿੱਚ ਜੀਵਨ ਬਤੀਤ ਕਰਨ ਵਾਲਿਆਂ ਦਾ ਰਸਤਾ ਅਲੱਗ ਹੋਵੇਗਾ। ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਦੋਹਰਾ ਸੁਨ ਕੇ ਰਿਸ ਪਰ ਕਹਿਤ ਪਾ ਹਿੰਦੂ ਕੀਏ ਖੁਆਰ। ਜਦ ਕਰੋੜੀਏ ਨੇ ਇਹ ਸ਼ਬਦ ਜੋਗੀਆਂ ਦੇ ਪਾਸੋਂ ਸੁਣਿਆ, ਹੋਰ ਵੀ ਈਰਖਾ ਦੇ ਨਾਲ ਸੜ ਵੱਲ ਜਾਂਦਾ ਹੈ ਕਿ ਦੇਖੋ ਇਹ ਜੋਗੀ ਵੀ ਹੁਣ ਗੁਰੂ ਨਾਨਕ ਜੀਆਂ ਦੀ ਬਾਣੀ ਪੜ੍ਹ ਰਹੇ ਹਨ। ਗੁਰੂ ਨਾਨਕ ਜੀਆਂ ਨੇ ਇਹਨਾਂ ਜੋਗੀਆਂ, ਇਹਨਾਂ ਹਿੰਦੂਆਂ ਨੂੰ ਤੇ ਖੁਆਰ ਕੀਤਾ ਹੀ ਹੈ। ਤੁਰਕਨ ਕੇਰ ਈਮਾਨ ਗਾ ਉਸਤਤ ਕਰਤ ਉਚਾਰ। ਤੁਰਕਾਂ ਨੇ ਵੀ ਆਪਣਾ ਧਰਮ ਹਾਰ ਲਿਆ, ਆਪਣੇ ਧਰਮ ਤੋਂ ਗਿਰ ਗਏ ਹਨ। ਉਹ ਵੀ ਇੱਕ ਹਿੰਦੂ ਦੇ ਮੁਰੀਦ ਬਣੇ ਫਿਰਦੇ ਹਨ। ਗੁਰੂ ਨਾਨਕ ਜੀਆਂ ਦੇ ਚਰਨਾਂ ਤੇ ਆ ਕੇ ਉਹ ਵੀ ਸਿਜਦੇ ਕਰਦੇ ਹਨ। ਚੋਪਈ ਕੋ ਨਾਨਕ ਮੈਂ ਪਿਖਿਓ ਨਾ ਜਾਣਾ। ਕ੍ਰੋਧ ਦੇ ਨਾਲ ਸੜਿਆ ਪੀਤਾ ਹੋਇਆ ਕਹਿਣ ਲੱਗਿਆ, ਕੌਣ ਹੈ ਨਾਨਕ, ਮੈਂ ਨਹੀਂ ਜਾਣਦਾ, ਨਾ ਮੈਂ ਉਹਨਾਂ ਨੂੰ ਮੰਨਦਾ ਹਾਂ। ਜਿਸ ਜਸ ਕਹੇ ਹਿੰਦੂ ਤੁਰਕਾਨਾ। ਪਰ ਪਤਾ ਨਹੀਂ ਲੱਗਦਾ ਕਿ ਇਹਨਾਂ ਦੇ ਉੱਪਰ ਕੀ ਅਸਰ ਪਿਆ ਹੋਇਆ ਹੈ। ਸਾਰੇ ਦੇ ਸਾਰੇ ਹਿੰਦੂ ਲੋਕ, ਤੁਰਕ ਲੋਕ ਆਦਿ
ਇਹ ਜਾ ਕੇ ਗੁਰੂ ਨਾਨਕ ਜੀਆਂ ਦੇ ਪਾਸ ਪਹੁੰਚਦੇ ਹਨ, ਨਮਸਕਾਰਾਂ ਕਰਦੇ ਹਨ। ਜਹ ਤਹ ਕੀਰਤ ਹੋਤ ਕਨੇਰੀ। ਜਿੱਥੇ ਕਿਥੇ ਕਹਿਣ ਲੱਗਿਆ ਲੋਕ ਇਕੱਠੇ ਹੁੰਦੇ ਹਨ, ਬਸ ਉਹਨਾਂ ਦੀ ਹੀ ਤਾਰੀਫ, ਉਹਨਾਂ ਦਾ ਹੀ ਜਸ ਕਰੀ ਜਾਂਦੇ ਹਨ। ਸਮਝ ਵਿਖੈ ਕਜ ਆਏ ਨਾ ਮੇਰੀ। ਕ੍ਰੋਧ ਦੇ ਵਿੱਚ ਸੜਿਆ ਪੀਤਾ ਹੋਇਆ ਆਪਣੇ ਅਹਿਲਕਾਰਾਂ ਨੂੰ, ਆਪਣੇ ਜਵਾਨਾਂ ਨੂੰ ਕਹਿਣ ਲੱਗਿਆ ਕਿ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਦੀ ਕੀ ਮੱਤ ਮਾਰੀ ਗਈ। ਕੋ ਐਸਾ ਕਲ ਕਾਲ ਮਝਾਰੀ। ਇਸ ਕਲਯੁਗ ਦੇ ਸਮੇਂ ਦੇ ਵਿੱਚ ਐਸਾ ਕੌਣ ਹੋ ਸਕਦਾ ਹੈ? ਸਰਬ ਭਏ ਜਿਨ ਕੇ ਅਨਸਾਰੀ। ਜਿਨ੍ਹਾਂ ਦੇ ਅਨੁਸਾਰ ਸਾਰਾ ਜਗਤ ਹੀ ਚੱਲ ਪਵੇ। ਇਹ ਕਲਯੁਗ ਦੇ ਸਮੇਂ ਦੇ ਵਿੱਚ ਐਸਾ ਕੌਣ ਹੋ ਸਕਦਾ ਹੈ? ਭਾਵ ਇਸ ਦਾ ਕਹਿਣ ਦਾ ਇਹ ਸੀ ਕਿ ਐਸਾ ਨਹੀਂ ਕੋਈ ਹੋ ਸਕਦਾ ਜਿਸ ਦੇ ਅਨੁਸਾਰ ਸਾਰਾ ਜਗਤ ਹੀ ਚੱਲ ਪਵੇ। ਮੈਂ ਕੀਨੀ ਇਹ ਰੀਤ ਪਰੇਖੀ। ਫਿਰ ਆਪਣੇ ਅਹਿਲਕਾਰਾਂ ਨੂੰ, ਆਪਣੇ ਆਦਮੀਆਂ ਨੂੰ ਕਹਿਣ ਲੱਗਿਆ ਕਿ ਮੈਂ ਤੇ ਇਹ ਗੱਲ ਦੀ ਬੜੀ ਪਰਖ ਕਰਕੇ ਦੇਖ ਲਈ। ਭੇ ਸੇਵਕ ਸਭ ਦੇਖਾ ਦੇਖੀ। ਜਿੰਨੇ ਵੀ ਗੁਰੂ ਨਾਨਕ ਜੀਆਂ ਦੇ ਸੇਵਕ ਬਣਦੇ ਹਨ ਨਾ, ਇਹ ਤੇ ਦੇਖਾ ਦੇਖੀ ਹੀ, ਇੱਕ ਦੂਜੇ ਤੋਂ ਦੇਖ ਸੁਣ ਕੇ ਬਸ ਦੇਖਾ ਦੇਖੀ ਹੀ ਉਹਨਾਂ ਦੇ ਮੁਰੀਦ ਸੇਵਕ ਬਣੀ ਜਾਂਦੇ ਹਨ। ਚਲੇ ਕੁਚਾਲ ਚਾਲ ਨਿਜ ਤਿਆਗੀ। ਇਹ ਸਾਰੇ ਦੇ ਸਾਰੇ ਹਿੰਦੂ ਅਤੇ ਤੁਰਕ ਲੋਕ ਆਦਿ ਕੁਚਾਲ, ਖੋਟੀ ਚਾਲ ਤੇ ਦੇਖੋ ਦੇਖੀ ਚੱਲ ਪਏ ਹਨ। ਇਸ ਨੂੰ ਗੁਰੂ ਮਹਾਰਾਜ ਜੀਆਂ ਦੀ ਮਹਿਮਾ ਦੇ ਬਾਰੇ ਪਤਾ ਨਹੀਂ ਹੈ। ਮਨ ਦੇ ਵਿੱਚ ਬੜਾ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ ਹੈ। ਜਿਸ ਤਰ੍ਹਾਂ ਕਹਿਣ ਲੱਗੇ ਕਿ ਕਿਸੇ ਇਨਸਾਨ ਨੂੰ ਮੋਤੀਆ ਹੋਵੇ ਨਾ, ਤੇ ਉਸ ਨੂੰ ਹੱਥ ਪਸਾਰਿਆ ਵੀ ਦਿਖਾਈ ਨਹੀਂ ਦਿੰਦਾ। ਤੇ ਅਗਿਆਨ ਦਾ ਅੰਧੇਰਾ ਇਹੋ ਜਿਹਾ ਹੁੰਦਾ ਜਿਸ ਨੂੰ ਕੋਈ ਸੱਚ ਦੀ ਸਮਝ ਨਹੀਂ ਹੁੰਦੀ। ਤਾਂ ਇਸ ਕਰੋੜੀਏ ਦੇ ਵੀ ਮਨ ਦੇ ਉੱਪਰ ਇਹੋ ਜਿਹਾ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ ਹੈ। ਇਹੋ ਜਿਹੀ ਖੋਟੀ ਮੱਤ ਇਸ ਨੇ ਧਾਰਨ ਕੀਤੀ ਹੋਈ ਹੈ। ਬਿਨਾਂ ਹੀ ਕਾਰਨ ਤੋਂ, ਬਿਨਾਂ ਹੀ ਗੱਲ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਬੜੀ ਨਿੰਦਿਆ ਕਰ ਰਿਹਾ ਹੈ ਕਿ ਜਿੰਨੇ ਹਿੰਦੂ ਤੁਰਕ ਹਨ ਸਭ ਦੀ ਮੱਤ ਮਾਰੀ ਗਈ। ਸਾਰੇ ਦੇਖਾ ਦੇਖੀ ਗੁਰੂ ਨਾਨਕ ਜੀਆਂ ਦੇ ਸੇਵਕ ਬਣੀ ਜਾਂਦੇ ਹਨ। ਇਹ ਵਿਦ ਮੋਏ ਭਲੀ ਨਹੀਂ ਲਾਗੀ। ਆਪਣੇ ਆਦਮੀਆਂ ਨੂੰ ਕਹਿਣ ਲੱਗਿਆ ਇਹ ਵਿਦ, ਇਹ ਤਰੀਕਾ, ਇਹ ਚਾਲੀ ਮੈਨੂੰ ਚੰਗੀ ਨਹੀਂ ਲੱਗਦੀ। ਔਰਨ ਕੋ ਕਿਆ ਦੋਸ਼ ਅਲਾਵੋ। ਕਹਿਣ ਲੱਗਿਆ ਫਿਰ ਇਹਨਾਂ ਲੋਕਾਂ ਨੂੰ ਮੈਂ ਕਿਹਨੂੰ ਕਿਹਨੂੰ ਜਾ ਕੇ ਸਮਝਾਵਾਂ, ਕਿਹਨੂੰ ਕਿਹਨੂੰ ਜਾ ਕੇ ਦੱਸਾਂ, ਮੇਰੇ ਤੇ ਕੁਝ ਸਮਝ ਦੇ ਵਿੱਚ ਨਹੀਂ ਆਉਂਦੀ। ਜਿਨਹਿ ਚਲਾਏ ਤਿਨ ਗਹਿ ਲਿਆਵੋ। ਫਿਰ ਆਪਣੇ ਆਦਮੀਆਂ ਨੂੰ ਕਹਿਣ ਲੱਗਿਆ ਮੇਰੇ ਤੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਹੈ, ਮੇਰੇ ਖਿਆਲਾਂ ਦੇ ਵਿੱਚ ਤੇ ਇਹੀ ਗੱਲ ਆਉਂਦੀ ਹੈ ਕਿ ਜਿਸ ਨੇ ਇਹ ਸਾਰਾ ਜਗਤ ਝੂਠੇ ਕੋੜ ਦੇ ਰਾਹ ਤੇ ਤੋਰ ਰੱਖਿਆ ਹੈ ਨਾ, ਮੈਂ ਉਸ ਗੁਰੂ ਨਾਨਕ ਨੂੰ ਜਾ ਕੇ ਪਕੜ ਕੇ ਲੈ ਆਵਾਂ। ਕਰ ਕੇ ਕੈਦ ਸੀਕ ਸੁਭ ਦੇਉ। ਉਹਨਾਂ ਨੂੰ ਫੜ ਕੇ ਲੈ ਕੇ ਆਵਾਂ, ਇੱਥੇ ਕੈਦ ਕਰਕੇ ਕੈਦਖਾਨੇ ਦੇ ਵਿੱਚ ਬਿਠਾ ਦੇਵਾਂ। ਇੰਨਾ ਸੜਦਾ ਸੀ ਸਤਿਗੁਰਾਂ ਦੇ ਜਸ ਤੋਂ, ਸੜਦਾ ਬਲਦਾ ਇੰਨੇ ਕ੍ਰੋਧ ਦੇ ਵਿੱਚ ਆਇਆ। ਆਪਣੀ ਹਕੂਮਤ ਦੇ ਜ਼ੋਰ ਦੇ ਵਿੱਚ, ਹਕੂਮਤ ਦੇ ਹੰਕਾਰ ਦੇ ਵਿੱਚ ਅੰਨਾ ਹੋਇਆ। ਸੱਤ ਅਤੇ ਅਸੱਤ ਨੂੰ ਸਮਝ ਨਹੀਂ ਰਿਹਾ। ਹੁਣ ਇੱਥੋਂ ਤੱਕ ਪਹੁੰਚ ਗਿਆ ਕਿ ਮੈਂ ਦੁਨੀਆ ਦੇ ਲੋਕਾਂ ਨੂੰ ਤਾਂ ਕਿਹਨੂੰ ਕਿਹਨੂੰ ਸਮਝਾਊਂਗਾ ਕਿ ਤੁਸੀਂ ਉਹਨਾਂ ਦੇ ਮਗਰ ਲੱਗੇ ਫਿਰਦੇ ਹੋ। ਬਸ ਮੇਰੇ ਤੇ ਖਿਆਲਾਂ ਦੇ ਵਿੱਚ ਇਹੀ ਆਉਂਦਾ ਹੈ ਕਿ ਮੈਂ ਜਾ ਕੇ ਆਪਣੇ ਬਹੁਤ ਸਾਰੇ ਫੌਜੀ ਸਿਪਾਹੀਆਂ ਨੂੰ ਨਾਲ ਲੈ ਕੇ ਜਾਵਾਂ, ਗੁਰੂ ਨਾਨਕ ਜੀਆਂ ਨੂੰ ਪਕੜ ਕੇ ਕੈਦ ਕਰਕੇ ਕੈਦਖਾਨੇ ਦੇ ਵਿੱਚ ਬਿਠਾ ਦੇਵਾਂ। ਫਿਰ ਉਹਨਾਂ ਨੂੰ ਅਸਲੀ ਗੱਲ ਸਮਝਾਵਾਂ ਕਿ ਦੇਖੋ ਜਿਹੜੀ ਚਾਲੀ ਤੁਸੀਂ ਤੋਰ ਰੱਖੀ ਹੈ ਨਾ, ਜਗਤ ਨੂੰ ਕੁਰਾਹੇ ਪਾ ਰਹੇ ਹੋ। ਤੇ ਮਨ ਮਤੋ ਸਰਬ ਵਰਜਿਓ। ਜਿਹੜੀ ਮਨਮਤ ਇਹਨਾਂ ਨੇ ਧਾਰਨ ਕੀਤੀ ਹੈ, ਕੈਦਖਾਨੇ ਦੇ ਵਿੱਚ ਬਿਠਾ ਕੇ ਉਸ ਸਾਰੀ ਮਨਮਤ ਤੋਂ ਰੋਕ ਦੇਵਾਂ, ਵਰਜ ਦੇਵਾਂ। ਅਸ ਕਹੇ ਆਪਣੀ ਸਭਾ ਮੰਝਾਰੀ। ਇਸ ਤਰ੍ਹਾਂ ਜਿਹਨੇ ਆਪਣੀ ਸਾਰੀ ਸਭਾ ਦੇ ਵਿੱਚ ਖੋਟੇ ਵਚਨ ਗੁਰੂ ਮਹਾਰਾਜ ਜੀਆਂ ਦੀ ਪ੍ਰਤੀ ਕਹਿੰਦਾ ਹੈ। ਨਿਜ ਸੇਵਕ ਤਵ ਲੀਨ ਹਕਾਰੀ। ਆਪਣੇ ਹੋਰ ਸੇਵਕਾਂ ਨੂੰ ਪਾਸ ਬੁਲਾਉਣਾ ਕੀਤਾ। ਕਹਿਓ ਤੁਰੰਗਨ ਪਰ ਅਬ ਜਾਈ। ਕਹਿਣ ਲੱਗਿਆ ਕਿ ਹੁਣ ਛੇਤੀ ਦੇਣੇ ਤੁਸੀਂ ਜਾ ਕੇ ਇੱਕ ਘੋੜੀ ਦੇ ਉੱਪਰ ਜੀਨ ਜਾਣੇ ਕਾਠੀ ਪਾ ਕੇ ਤਿਆਰ ਕਰਕੇ ਲੈ ਆਵੋ। ਪਾਏ ਜੀਨ ਆਨੋ ਐ ਥਾਈ। ਜੀਨ ਪਾ ਕੇ ਜਾਣੇ ਕਾਠੀ ਪਾ ਕੇ ਘੋੜੀ ਦੇ ਉੱਪਰ ਮੇਰੇ ਪਾਸ ਜਲਦੀ ਹਾਜ਼ਰ ਕਰ ਦੇਵੋ। ਸੁਨਤ ਦਾਸ ਲਿਆਇਓ ਤਤਕਾਲਾ। ਜਿਹੜੇ ਇਸ ਦੇ ਨੌਕਰ ਸੀ, ਇਹਨਾਂ ਨੇ ਸੁਣ ਕੇ
ਛੇਤੀ ਦੇ ਨਾਲ ਘੋੜੀ ਕੱਸ ਕੇ ਤਿਆਰ ਕਰਕੇ ਲੈ ਆਂਦੀ। ਲਗਿਓ ਚੜਨ ਜਿਸ ਦਰਬ ਵਿਸਾਲਾ, ਜੋ ਬੜੀ ਬਲਵਾਨ ਤਕੜੀ ਘੋੜੀ ਸੀ, ਇਸ ਦੇ ਉੱਪਰ ਅਸਵਾਰੀ ਕਰਨ ਲੱਗਦਾ ਹੈ। ਦਿਓ ਰਕਾਬ ਵਿਖੇ ਪਗ ਜਬ ਹੀ, ਜਦੋਂ ਆਪਣੇ ਆਦਮੀਆਂ ਨੂੰ ਤਿਆਰ ਕੀਤਾ, ਬਹੁਤ ਸਾਰਿਆਂ ਨੂੰ ਨਾਲ ਤਿਆਰ ਕੀਤਾ ਅਤੇ ਆਪ ਘੋੜੀ ਦੇ ਉੱਪਰ ਸਵਾਰ ਹੋਣ ਦੇ ਵਾਸਤੇ ਰਕਾਬ ਦੇ ਵਿੱਚ ਪੈਰ ਪਾਇਆ। ਸਬਲ ਤੁਰੰਗਨ ਫਰਕੀ ਤਬ ਹੀ, ਉਹ ਤਕੜੀ ਬਲਵਾਨ ਘੋੜੀ ਸੀ, ਉਸੇ ਟਾਈਮ ਫਰਕਦੀ ਹੈ। ਨਹੀਂ ਸਮਾਰਿਓ ਤੇ ਛਨ ਖਤਰੀ, ਘੋੜੀ ਇੱਕਦਮ ਡਰ ਜਾਂਦੀ ਹੈ, ਤਿਵਕ ਜਾਂਦੀ ਹੈ। ਇਹ ਚੜਨ ਲੱਗਿਆ ਤੇ ਇੱਕਦਮ ਘੋੜੀ ਦੇ ਉੱਪਰੋਂ ਡਿੱਗ ਜਾਂਦਾ ਹੈ, ਗਿਰ ਜਾਂਦਾ ਹੈ। ਗਿਰਿਓ ਧਰਨ ਪਰ ਪੱਗਿਆ ਉਤਰੀ, ਜਦ ਘੋੜੀ ਦੇ ਉੱਪਰੋਂ ਡਿੱਗ ਜਾਂਦਾ ਹੈ, ਇਸ ਤਰ੍ਹਾਂ ਗਿਰਦਾ ਹੈ, ਇਸ ਦੇ ਸਿਰ ਦੇ ਉੱਪਰ ਵੀ ਜੋ ਪਗੜੀ ਬੰਧੀ ਹੋਈ ਸੀ ਨਾ ਇਸਨੇ, ਉਹ ਵੀ ਧਰਤੀ ਤੇ ਡਿੱਗ ਪੈਂਦੀ ਹੈ। ਲਖਿਓ ਕੁਸ਼ੋਨ ਹਿਰਦੇ ਮੈਂ ਤਾਹੂੰ, ਤਾਂ ਜਦ ਇਸ ਤਰ੍ਹਾਂ ਹੋਇਆ, ਇਸਨੇ ਹਿਰਦੇ ਦੇ ਵਿੱਚ ਜਾਣਿਆ ਕਿ ਇਹ ਤੇ ਕੁਸ਼ਾਗਨ ਹੋ ਗਿਆ, ਖੋਟਾ ਸ਼ਗਨ ਹੋ ਗਿਆ। ਬਹੁ ਨਾ ਚੜਿਓ ਰਹਿਓ ਕਰਮਾਹੂ, ਆਪਣੇ ਆਦਮੀਆਂ ਨੂੰ ਕਹਿ ਕੇ ਫਿਰ ਇਹ ਆਪਣੇ ਘਰ ਦੇ ਵਿੱਚ ਹੀ ਰਹਿ ਗਿਆ ਕਿ ਅੱਜ ਮੈਂ ਉਸ ਸਥਾਨ ਤੇ ਨਹੀਂ ਜਾਵਾਂਗਾ, ਕਿਉਂਕਿ ਖੋਟਾ ਸ਼ਗਨ ਹੋ ਗਿਆ, ਕੁਸ਼ਗਨ ਹੋ ਗਿਆ। ਮੈਂ ਧਰਤੀ ਤੇ ਡਿੱਗ ਪਿਆ, ਮੇਰੀ ਪਗੜੀ ਪੱਗ ਵੀ ਧਰਤੀ ਤੇ ਡਿੱਗ ਪਈ, ਤੇ ਇਸ ਤਰ੍ਹਾਂ ਕੁਸ਼ਗਨ ਹੋ ਗਿਆ, ਖੋਟਾ ਸ਼ਗਨ ਹੋ ਗਿਆ। ਕਹਿਣ ਲੱਗਿਆ ਅੱਜ ਮੈਂ ਉਹਨਾਂ ਨੂੰ ਪਕੜਨ ਦੇ ਵਾਸਤੇ ਨਹੀਂ ਜਾਵਾਂਗਾ। ਨਿਕਟ ਜੇ ਨਰ ਸਮਝਾਵਨ ਕੀਨੋ, ਨੇੜੇ ਜੋ ਆਦਮੀ ਸੀ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਬਾਰੇ ਜਾਣਦੇ ਸਨ, ਸਤਿਗੁਰਾਂ ਦੀ ਵਡਿਆਈ, ਸਤਿਗੁਰਾਂ ਦਾ ਜਸ ਸਮਝਦੇ ਸਨ। ਇਹਨਾਂ ਨੇ ਇਸ ਕਰੋੜੀਏ ਖੱਤਰੀ ਨੂੰ ਸਮਝਾਉਣਾ ਕੀਤਾ ਕਿ ਦੇਖੋ, ਤੁਸੀਂ ਜਿਸ ਗੁਰੂ ਨਾਨਕ ਤੇ ਚੜ੍ਹਾਈ ਕਰਕੇ ਜਿਨ੍ਹਾਂ ਨੂੰ ਪਕੜਨ ਦੇ ਵਾਸਤੇ ਜਾ ਰਹੇ ਹੋ ਨਾ, ਉਹ ਦੁਨਿਆਵੀ ਇਨਸਾਨ ਨਹੀਂ ਹੈ, ਕੋਈ ਰੱਬੀ ਰੂਹ ਹੈ। ਉਹ ਨਿਰੰਕਾਰ ਆਪਣਾ ਸਰੂਪ ਧਾਰ ਕੇ ਆਇਆ। ਜਰਾ ਸੰਭਲ ਕੇ ਜਾਓ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਨਾਲ ਦੇ ਸਾਥੀਆਂ ਨੇ ਸਮਝਾਉਣਾ ਕੀਤਾ, ਪਰ ਕਰੋੜੀਆ ਅਜੇ ਨਹੀਂ ਮੰਨਦਾ ਹੈ। ਹੁਣ ਜਿਸ ਪ੍ਰਕਾਰ ਅੱਗੇ ਕਰੋੜੀਏ ਨੇ ਚੜ੍ਹਾਈ ਕਰਕੇ ਜਾਣਾ ਹੈ, ਸਤਿਗੁਰਾਂ ਦੇ ਪਾਸ ਪਹੁੰਚਣ ਤੋਂ ਪਹਿਲੇ ਹੀ ਇਸ ਨੇ ਅੰਧਾ ਹੋ ਜਾਣਾ ਹੈ। ਫਿਰ ਇਸ ਦੀ ਸੁਰਤ ਟਿਕਾਣੇ ਆਉਣੀ ਹੈ। ਆਖਰਕਾਰ ਗੁਰੂ ਮਹਾਰਾਜ ਜੀਆਂ ਦੇ ਚਰਨੀ ਲੱਗਣਾ ਹੈ। ਇਸ ਕਰੋੜੀਏ ਨੇ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਨਿਕਟ ਜੇ ਨਰ ਸਮਝਾਵਨ ਕੀਨੋ, ਮਹਾਪੁਰਖ ਸ੍ਰੀ ਨਾਨਕ ਚੀਨੋ। ਨਿਕਟ ਜੇ ਨਰ ਸਮਝਾਵਨ ਕੀਨੋ, ਮਹਾਪੁਰਖ ਸ੍ਰੀ ਨਾਨਕ ਚੀਨੋ। हे अच्युत हे पार ब्रह्म अविनाशी अगना।